यू फादर। प्रभु यीशु मसीह नासरी ਦੇ ਨਾਮ ਨਾਲ ਹੈ ਪਿਤਾ ਪਰਮੇਸ਼ਵਰ, ਤੁਹਾਡਾ ਅਸੀਂ ਲੱਖਾਂ ਕਰੋੜਾਂ ਵਾਰੀ ਧੰਨਵਾਦ ਕਰਦੇ। ਇੱਕ ਦਿਨ ਫਿਰ ਸਹੀ ਸਲਾਮਤ ਤੰਦਰੁਸਤੀ ਦੀ ਹਾਲਤ ਵਿੱਚ ਆਪਣੀ ਪ੍ਰੈਜ਼ੈਂਸ ਵਿੱਚ ਸਾਨੂੰ ਉਠਾ ਕੇ ਕਿਰਪਾ ਦੀ ਬਦੌਲਤ ਇੱਥੇ ਤੱਕ ਲੈ ਕੇ ਆਏ। ਉਸ ਪਰਮੇਸ਼ਵਰ ਦਾ ਸ਼ੁਕਰ ਕਰਦੇ ਹਾਂ। ਪ੍ਰਾਰਥਨਾ ਵਿੱਚ ਜਾਵਾਂਗੇ। ਥੈਂਕ ਯੂ ਫਾਦਰ। ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਹੈ ਪਿਤਾ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਸਤੁਤੀ ਕਰਦੇ ਹਾਂ, ਤੁਹਾਡੀ ਆਰਾਧਨਾ ਕਰਦੇ ਹਾਂ, क्योंकि तुसी एकमात्र परमेश्वर हो प्रभु यीशु, जो आदर महिमा स्तुति दे योग्य हो। प्रभु जो कुछ असी सोचिया नहीं, जो कुछ असी मंगिया नहीं, तुसी साडी सोच तो ज्यादा कीता, तुसी साडे मंगन तो किधरे ज्यादा वध के कीता। पिता परमेश्वर तुहाडा लखां करोड़ां वारी धन्नवाद करदे हां, क्योंकि तुसी दयावान परमेश्वर हो। पिता परमेश्वर ਤੁਹਾਡੀ ਹਜ਼ੂਰੀ 'ਚ ਪਿਤਾ ਪਰਮੇਸ਼ਵਰ ਜਿਸ ਕਿਰਪਾ ਦੀ ਬਦੌਲਤ ਤੁਸੀਂ ਲੈ ਕੇ ਆਏ ਹੋ, ਸਾਡੀ ਮਦਦ ਕਰੋ, ਸਹਾਇਤਾ ਕਰੋ ਪਵਿੱਤਰ ਆਤਮਾ ਜੀ, ਕਿ ਅਸੀਂ ਸ਼ੁੱਧ ਮਨ ਔਰ ਪਵਿੱਤਰ ਹੱਥ ਉਠਾ ਕੇ ਆਪਣੇ ਪਿਤਾ ਪਰਮੇਸ਼ਵਰ ਦੀ ਸਤੁਤੀ ਔਰ ਆਰਾਧਨਾ ਰੂਹ ਔਰ ਸੱਚਾਈ ਨਾਲ ਕਰ ਸਕੀਏ। ਸਾਡੇ ਅੰਦਰ ਜਾਂਚੋ, ਜੇ ਕਿਤੇ ਖੋਟ ਹੈ ਉਸਨੂੰ ਖਤਮ ਕਰੋ, ਪਵਿੱਤਰ ਕਰੋ, ਤਾਂ ਕਿ ਉਹ ਆਰਾਧਨਾ ਉਹ ਸਤੁਤੀ ਹੋਏ ਜਿਸ ਯੋग्य ਪਰਮੇਸ਼ਵਰ ਹੈ ਔਰ ਪਰਮੇਸ਼ਵਰ ਨੂੰ ਮਨਪਸੰਦ ਇਹ ਆਰਾਧਨਾ ਪਰਮੇਸ਼ਵਰ ਨੂੰ ਪਾਏ, ਪਰਮੇਸ਼ਵਰ ਦਾ ਨਾਮ ਉੱਚਾ ਹੋਏ। ਥੈਂਕ ਯੂ ਫਾਦਰ। ਸਾਰਿਆਂ ਦਾ ਮਸੀਹ ਯੀਸ਼ੂ ਦੇ ਪਵਿੱਤਰ ਹਜ਼ੂਰੀ 'ਚ ਸਵਾਗਤ ਕਰਦੇ ਹਾਂ ਤੇ ਸਾਰਿਆਂ ਨੂੰ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਬਲੈਸ ਕਰਦੇ ਹਾਂ ਤੇ ਪ੍ਰਾਰਥਨਾ ਕਰਦੇ ਹਾਂ, ਹੇ ਪਿਤਾ ਪਰਮੇਸ਼ਵਰ, ਜਿਸ ਇੱਛਾ ਦੇ ਨਾਲ ਜੋ ਵੀ ਇਸ ਟਾਈਮ ਤੇ ਇਸ ਜਗ੍ਹਾ ਤੇ ਵਿਰਾਜਮਾਨ ਹੈ ਖੁਦਾਵੰਦ, ਸਭ ਤੋਂ ਪਹਿਲਾਂ ਪ੍ਰਭੂ ਮੈਂ ਦੁਆ ਮੰਗਦੀ ਹਾਂ ਖੁਦਾਵੰਦ ਕਿ ਤੁਹਾਡੀ ਜੋ ਵਿਲ ਹੈ ਉਹ ਸਾਡੇ ਸਾਰਿਆਂ ਦੀ ਇੱਛਾ ਬਣ ਜਾਏ ਖੁਦਾਵੰਦ। ਸਾਡੀਆਂ ਡਿਜ਼ਾਇਰਸ ਨੂੰ ਬਦਲੋ ਔਰ ਹਰ ਇੱਕ ਦੀਆਂ ਡਿਜ਼ਾਇਰਸ ਨੂੰ ਖੁਦਾਵੰਦ, ਜਿਸ ਪਹਾੜ ਨੂੰ ਉਹ ਲੈ ਕੇ ਆਏ ਆ ਖੁਦਾਵੰਦ, ਮਿੰਨਤ ਕਰਦੇ ਆ ਤੁਹਾਡੀ ਪਵਿੱਤਰ ਹਜ਼ੂਰੀ 'ਚ, ਤੁਹਾਡੇ ਵਚਨ ਔਰ ਪਵਿੱਤਰ ਆਤਮਾ ਦੀ ਸਮਰਥ ਦੇ ਨਾਲ ਹਰ ਇੱਕ ਦਾ ਉਹ ਪਹਾੜ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਮੈਦਾਨ ਹੋ ਜਾਏ ਖੁਦਾਵੰਦ। ਔਰ ਤੁਸੀਂ ਆਪਣੇ ਸਾਮਰਥੀ ਹੱਥ ਵਧਾ ਕੇ ਹੇ ਪ੍ਰਭੂ ਯੀਸ਼ੂ ਚਿੰਨ੍ਹ ਤੇ ਚਮਤਕਾਰ ਕਰੋ ਔਰ ਜਿਸ ਗੜੇ 'ਚ ਪਏ ਸਭ ਨੂੰ ਉਹਦੇ 'ਚੋਂ ਕੱਢੋ। ਸਭ ਦੇ ਲਈ ਤੁਹਾਡੀ ਨਜਾਤ ਮੰਗਦੇ ਹਾਂ ਖੁਦਾਵੰਦ, ਅਨੰਤ ਜੀਵਨ ਮੰਗਦੇ ਹਾਂ। ਥੈਂਕ ਯੂ ਫਾਦਰ। ਹਰ ਚੀਜ਼ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਪ੍ਰਭੂ ਯੀਸ਼ੂ ਦੇ ਨਾਮ ਨਾਲ, ਆਮੀਨ। ਅੱਜ ਦਾ ਜੋ ਮੈਂ ਇੱਕ ਟੈਸਟੀਮਨੀ ਦੇ ਨਾਲ ਸ਼ੁਰੂ ਕਰਦੀ ਹਾਂ, ਕਿਉਂਕਿ ਟੈਸਟੀਮਨੀ ਦੇ ਜ਼ਰੀਏ ਦੇਖੋ ਪਰਮੇਸ਼ਵਰ ਦੇ ਵਚਨ ਵਿੱਚ ਕਿਤਨੀ ਸਾਮਰਥ ਹੈ। ਪਰਮੇਸ਼ਵਰ ਦਾ ਵਚਨ ਸਾਨੂੰ ਜੀਵਨ ਦਿੰਦਾ। ਜੇ ਅਸੀਂ ਰੋਜ਼ ਇਹ ਕਹਿੰਦੇ ਆ ਕਿ ਪਰਮੇਸ਼ਵਰ ਦੇ ਵਚਨ 'ਚ ਤਾਕਤ ਹੈ, ਪਰਮੇਸ਼ਵਰ ਦੇ ਵਚਨ 'ਚ ਜੀਵਨ ਹੈ, ਇਹ ਪਰਮੇਸ਼ਵਰ ਦਾ ਵਚਨ ਹੀ ਹੈ ਜਿਹੜਾ ਸਾਨੂੰ ਅਨੰਤ ਮੌਤ ਤੋਂ ਅਨੰਤ ਜੀਵਨ ਵਿੱਚ ਲੈ ਜਾਂਦਾ। ਜਦੋਂ ਅਸੀਂ ਉਸ ਵਚਨ ਤੇ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ ਨੇ ਜਗਤ ਨਾਲ ਐਸਾ ਪਿਆਰ ਕੀਤਾ ਕਿ ਇਕਲੌਤਾ ਪੁੱਤਰ ਬਖਸ਼ ਦਿੱਤਾ, ਤਾਂ ਕਿ ਜਿਹੜਾ ਕੋਈ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਏ ਬਲਕਿ ਅਨੰਤ ਜੀਵਨ ਪਾਏ। ਸਿਰਫ ਇਸ ਤੇ ਵਿਸ਼ਵਾਸ ਕਰਨ ਦੇ ਨਾਲ ਜਿਹੜੀ ਉਹ ਆਤਮਾ ਮਰੀ ਹੋਈ ਹੁੰਦੀ ਹੈ, ਇਸ ਤੇ ਵਿਸ਼ਵਾਸ ਕਰਨ ਨਾਲ ਜੀਵਿਤ ਹੋ ਜਾਂਦੀ ਹੈ ਔਰ ਇਹ ਅਨੰਤ ਮੌਤ ਤੋਂ ਅਸੀਂ ਅਨੰਤ ਜੀਵਨ ਵਿੱਚ, ਸ਼ੈਤਾਨ ਦੀ ਸੰਤਾਨ ਤੋਂ ਅਸੀਂ ਪਰਮੇਸ਼ਵਰ ਦੀ ਸੰਤਾਨ ਬਣਦੇ ਆ। ਇੰਨੀ ਸਮਰਥ ਹੈ ਇਸ ਪਰਮੇਸ਼ਵਰ ਵਿੱਚ, ਕਿਉਂਕਿ ਪਰਮੇਸ਼ਵਰ ਇਸ ਵਚਨ 'ਚ ਜੀਵਨ ਹੈ। ਵਚਨ ਜਿਹੜਾ ਜੀਵਿਤ ਹੈ, ਦੋਧਾਰੀ ਤਲਵਾਰ ਹੈ, ਬੰਦ ਔਰ ਗੁੱਦੇ ਨੂੰ ਆਰ ਪਾਰ ਛੀਂਦਾ ਹੈਗਾ ਤੇ ਸਾਡੇ ਮਨ ਦੇ ਵਿਚਾਰਾਂ ਨੂੰ, ਸੋਚਾਂ ਨੂੰ, ਸਭ ਨੂੰ ਜਾਂਚਦਾ ਹੈਗਾ, ਕਿਉਂਕਿ ਇਹ ਵਚਨ ਸਮਰਥੀ ਹੈ, ਜੀਵਿਤ ਹੈ। ਇਸ ਸੰਡੇ ਨੂੰ ਅਸੀਂ ਸੁਣ ਰਹੇ ਸੀ ਮੈਸੇਜ ਜਿਵੇਂ ਹੀ ਖਤਮ ਹੋਇਆ, ਅਸੀਂ ਘਰ 'ਚ ਸੀਗੇ ਜਦਕਿ ਮੈਸੇਜ ਚਰਚ ਵਿੱਚ ਚੱਲ ਰਿਹਾ ਸੀਗਾ। ਜਿਵੇਂ ਮੈਸੇਜ ਖਤਮ ਹੋਇਆ ਮੇਰੀ ਲੈਫਟ ਆਈ ਦੇ 85 to 90% ਵਿਜ਼ਨ ਚਲਾ ਗਿਆ ਔਰ ਜਦੋਂ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਮੈਨੂੰ ਬਿਲਕੁਲ ਦਿਖਾਈ ਨਹੀਂ ਸੀ ਦੇ ਰਿਹਾ ਔਰ ਮੈਂ ਲੈਫਟ ਅੱਖ ਨੂੰ ਬੰਦ ਕਰਕੇ ਸੱਜੀ ਅੱਖ ਨਾਲ ਇੱਕ ਨਾਲ ਉੱਪਰ ਗਈ ਹਾਂ ਪਰਮੇਸ਼ਵਰ ਦੀ ਹਜ਼ੂਰੀ 'ਚ ਬੈਠੀ, ਕਿਉਂਕਿ ਪਰਮੇਸ਼ਵਰ ਇਹਨਾਂ ਦਿਨਾਂ ਵਿੱਚ ਇਹੀ ਸਿਖਾ ਰਿਹਾ ਕਿ ਜਦੋਂ ਕੋਈ ਪਹਾੜ ਤੁਹਾਡੀ ਜ਼ਿੰਦਗੀ 'ਚ ਆਏ, ਸਭ ਤੋਂ ਪਹਿਲਾਂ ਪਰਮੇਸ਼ਵਰ ਦੀ ਹਜ਼ੂਰੀ 'ਚ ਘੁੱਟਨੇ ਟੇਕ ਦਿਓ, ਕਿਉਂਕਿ ਪਰਮੇਸ਼ਵਰ ਸਾਡਾ ਬਚਾਵ ਹੈ। ਜਦੋਂ ਉੱਥੇ ਪ੍ਰਾਰਥਨਾ 'ਚ ਬੈਠੀ ਅੱਖਾਂ ਬੰਦ ਕੀਤੀਆਂ, ਇੱਕ ਡਰ ਵੀ ਆਇਆ, ਕਿਉਂਕਿ ਕੁਦਰਤੀ ਇਹ ਚੀਜ਼ ਆਏਗੀ। ਡਰ ਸਭ ਤੋਂ ਪਹਿਲਾਂ ਆਪਣੇ ਤੇ ਡਰ ਹਾਵੀ ਹੁੰਦਾ। ਜੇ ਅਸੀਂ ਉਸ ਡਰ ਦੇ ਨਾਲ ਐਗਰੀ ਕਰ ਗਏ ਤਾਂ ਆਪਾਂ ਉੱਥੇ ਆਪਣੀ ਹਾਰ ਹੈ ਉਸ ਡਰ ਦੇ ਨਾਲ, ਕਿਉਂਕਿ ਪਰਮੇਸ਼ਵਰ ਨੇ ਕਿਹਾ ਹੈਗਾ ਕਿ ਤੂੰ ਸਿਰਫ ਪਰਮੇਸ਼ਵਰ ਯਹੋਵਾ ਨੂੰ, ਪ੍ਰਭੂ ਯੀਸ਼ੂ ਮਸੀਹ ਨੂੰ ਹੀ ਆਪਣਾ ਮੁਕਤੀਦਾਤਾ ਮੰਨ, ਉਹਦੇ ਅੱਗੇ ਸਜਦਾ ਕਰਨਾ, ਉਹਦੇ ਅੱਗੇ ਹੀ ਝੁਕਣਾ। ਅਸੀਂ ਕਿਸੇ ਹੋਰ ਦੇ ਅੱਗੇ ਆਪਣੇ ਸਿਰ ਨੂੰ ਨਹੀਂ ਝੁਕਾਣਾ, ਚਾਹੇ ਉਹ ਡਰ ਹੈ, ਚਾਹੇ ਉਹ ਨਫ਼ਰਤ ਹੈ,
ਚਾਹੇ ਉਹ ਕੋਈ ਵੀ ਗੁਨਾਹ ਹੈਗਾ, ਅਸੀਂ ਕਿਸੇ ਚੀਜ਼ ਦੇ ਅੱਗੇ ਸਿਰ ਨਹੀਂ ਝੁਕਾਣਾ। ਔਰ ਪਰਮੇਸ਼ਵਰ ਦੀ ਕਿਰਪਾ ਹੋ ਗਈ ਕਿ ਪਰਮੇਸ਼ਵਰ ਨੇ ਉਸ ਡਰ ਤੋਂ ਮੇਰਾ ਕਿਸ ਤਰ੍ਹਾਂ ਇਸ ਵਚਨ ਨੇ ਬਚਾਵ ਕੀਤਾ। मरकस 16 च लिखा हैगा, जो विश्वास करे बपतिस्मा ले उसी का उद्धार होगा, परंतु जो विश्वास न करे वह दोषी ठहराया जाएगा। 17वां वर्ष है, विश्वास करने वालों में ये चिन्ह होंगे कि वे मेरे नाम से दुष्ट आत्माओं को निकालेंगे, नई नई भाषा बोलेंगे, सांपों को उठा लेंगे, यदि वे प्राणनाशक वस्तु भी पी जाएं तो भी उनकी कुछ हानि ना होगी, वे बीमारों पर हाथ रखेंगे और वे चंगे हो जाएंगे। जदों ये वचन दे नाल परमेश्वर की सहायता दे नाल पवित्र आत्मा जी की सहायता दे नाल प्रार्थना हुई तो परमेश्वर ने केड़ा वचन उस टाइम ते याद कराया। प्रोवर्ब 3:25 है, अचानक आने वाले भय से ना डरना, क्योंकि 26 है, क्योंकि यहोवा तुझे सहारा दिया करेगा और तेरे पांव को फंदे में फंसने ना देगा। तो जिवें ये प्रार्थना हुई, जदों अखां खोलियां, विजन वॉज क्लीयर। सो उस परमेश्वर दी वडियाई होए, इस वचन च ताकत है। वचन च जो कुछ बाइबल च लिखिया वो सत्य वचन है कि जे असी विश्वास करदे कि विश्वासियां दे ये चिन्ह है तो फिर आपां नूं जरूरत नहीं, क्योंकि जरूरी नहीं है कि अपने कोल कोई दूसरा बंदा बैठा उहिओ साडे सिर ते हथ रखेगा। जदों असीं इकल्ले हैगे आ ते साडे अंदर कौन है? साडे अंदर पवित्र आत्मा जी है। ये बॉडी किस दी है? पवित्र आत्मा जी का मंदिर है। जो मैं अपने उत्ते रखांगी तो परमेश्वर का वचन उमें ही काम करेगा, क्योंकि ताकत वचन च है। काम पवित्र आत्मा जी ने करना। हाथ मेरा एक जरिया है, चाहे मैं दूसरे दे उत्ते हाथ रखा, चाहे मैं अपने आप ते हाथ रखा, उस परमेश्वर की वडियाई होए उसने करके दिखाया। अपने विश्वास नूं असीं मजबूत करना है। किस तरह? जे अज परमेश्वर ने गवाही दी कि मैं तेरे नाल आ, अगे भी जे जिसने इस लाल सागर नूं दो रस्ता बनाया मेरे वास्ते, अगे ओ मारा दे खारा पानी नूं भी यही परमेश्वर मिठिया करनगे। और वचन दे दौरान जदों मैं सुन रही हां, मेरे थॉट दे विच एक स्नेक घुम रहा। ਉਹ ਸਨੇਕ ਕਾਹਦਾ ਸੀ? ਡਾਰਕਨੈਸ ਦੀ ਸੋਚ ਦਾ ਸੀਗਾ ਕਿ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਸਮਝ ਨਹੀਂ ਆਈ। ਉਸਨੇ ਕੋਸ਼ਿਸ਼ ਕੀਤੀ ਜਿਵੇਂ ਹਵਾ ਦੇ ਕੋਲ ਉਹ ਸਨੇਕ ਨਹੀਂ ਕੋਸ਼ਿਸ਼ ਕੀਤੀ ਸੀ ਉਸਨੂੰ ਦਬਾਉਣ ਦੀ, ਉਸਨੂੰ ਮਾਰਨ ਦੀ। ਗੁਨਾਹ ਚ ਜਦੋਂ ਪੈ ਗਈ ਤਾਂ ਉਸਦਾ ਵਿਨਾਸ਼ ਹੋ ਗਿਆ। ਪਰ ਉਸ ਪਰਮੇਸ਼ਵਰ ਦਾ ਦਇਆ ਹੈ ਸਾਡੇ ਤੇ ਕਿ ਉਹਦਾ ਵਚਨ ਜਿਹੜਾ ਸਾਡੇ ਅੰਦਰ ਸਾਨੂੰ ਸੰਭਾਲ ਕੇ ਰੱਖਦਾ ਹੈ। ਉਸ ਡਾਰਕਨੈਸ ਨੂੰ ਪਰਮੇਸ਼ਵਰ ਦੇ ਵਚਨ ਨੇ ਲੜਾਈ ਕੀਤੀ ਤਾਂ ਪਰਮੇਸ਼ਵਰ ਨੇ ਦੁਸ਼ਮਣ ਦੇ ਸਾਹਮਣੇ मेरे लिए मेज बिछा दी। वो मेज जिस ते प्रभु यीशु मसीह जी ते मैं इकट्ठे बैठ के भोजन किया। प्रभु यीशु मसीह जी मेरे नाल उस टाइम ते वचन दे जरिए उस टेबल ते मैनू ये जित दिला के जित दा झंडा प्रभु यीशु मसीह नासरी दे नाम नाल लहराया गया। उस मसीह दी, प्रभु यीशु मसीह जी दी वडियाई होए जिन्हां ने साडे कोल वचन दिता हैगा। इसलिए बाइबल नू पढ़ना, प्रार्थना करना, परमेश्वर दे नाल रिलेशन रखना साडा बहुत जरूरी है, क्योंकि ये मददगार साडा है। रिलेशन कदों किवें हुंदा है? जदों असीं बाइबल पढ़दे आ ते आपां ने इस तरीके नाल पढ़नी कि असीं गल्लां कर रहे हां बाइबल नाल और परमेश्वर मेरे नाल गल कर रहे आ। जदों असीं इस उम्मीद नाल जावांगे परमेश्वर मेरे नाल गल करदे आ, परमेश्वर जरूर करनगे। कदी नहीं हो सकदा परमेश्वर गल ना करन, क्योंकि परमेश्वर ने जदों वचन दिता सीगा, आकाशवाणी जदों होई सी, उदों की होया सीगा कि ये मेरा प्रिय पुत्र है, इस दी सुनो। जे परमेश्वर ने कहा कि ए मेरा प्रिय पुत्र है, इस दी सुनो, ते जदों असीं सुनन वास्ते जावांगे कदी नहीं हो सकता कि परमेश्वर साडे नाल गल ना करन, क्योंकि परमेश्वर इंसान नहीं जो झूठ बोलदे है। परमेश्वर जो कहंदे है वो करके दिखांदे है। सो परमेश्वर दी वडियाई होए कि परमेश्वर ने बहुत वड्डा काम किया मेरी जिंदगी च, ते मैं उम्मीद करदी हां कि ये वाली जिहड़ी गवाही है परमेश्वर दे जीवन दी कि साडे परमेश्वर जीवित परमेश्वर है, ये जिहड़ी गवाही हैगी है कि परमेश्वर दा वचन साडा बचाव है, परमेश्वर दा वचन साडी ढाल है। इस गवाही नाल जरूर सारिआं नूं बरकत मिलेगी। तो मैं यही दुआ प्रार्थना करदी हां कि सारिआं दा जिहड़ा विश्वास है वो इस वचन ते होए, इस वचन नूं पढ़ो, इस नाल रिलेशन रखो, ताकि जरूरत दे वेले हर समय ये वचन साडे नाल है। वचन बचाव है, वचन ढाल है। किसी चीज की जरूरत है, पैसे की कमी है, ਇਹਦੇ ਕੋਲ ਚਲੇ ਜਾਓ ਕਿ ਪਰਮੇਸ਼ਵਰ ਮੈਂ ਆ ਗਿਆ ਕਿ ਮੈਨੂੰ ਪੈਸੇ ਦੀ ਕਮੀ ਹੈ, ਮੈਨੂੰ ਇਸ ਚੀਜ਼ ਦੀ ਕਮੀ, ਮੈਨੂੰ ਤੇਰੇ ਕੋਲ ਚਾਹੀਦਾ, ਮੁਹੱਈਆ ਉਹ ਕਰਨਗੇ, ਕਿਉਂਕਿ ਵਚਨ 'ਚ ਲਿਖਿਆ ਹੈਗਾ ਯਹੋਵਾ ਜਾਇਰਾ ਸਾਡੇ ਪਰਮੇਸ਼ਵਰ ਦਾ ਨਾਮ ਹੈ ਜੋ ਸਾਡੀ ਹਰ ਜ਼ਰੂਰਤ ਨੂੰ ਪੂਰੀ ਕਰਦਾ ਹੈ। ਚਾਹੇ ਬਿਮਾਰੀ ਹੈ, ਚਾਹੇ ਪੈਸਾ ਹੈ, ਚਾਹੇ ਰੋਟੀ ਹੈ, ਚਾਹੇ ਧਨ ਹੈ, ਚਾਹੇ ਬੱਚਾ, ਚਾਹੇ ਨੌਕਰੀ ਹੈ,
हर चीज का मुहैया करने वाले परमेश्वर, जिन्हां दा नाम मसीह यीशु है, प्रभु यीशु मसीह नासरी है। ते प्रभु यीशु मसीह दी असी तारीफ करते हैं, क्योंकि परमेश्वर ने गवाही दिती है। ते आओ आपां परमेश्वर दी स्तुति करांगे। परमेश्वर दी हजूरी विच जदों आपां नूं कोई चंगी चीज हुंदी सी, पहलां भी आपां इह करदे सी, प्रसाद चढ़ांदे सी जाके जदों कोई खुशी हुंदी सी। अज परमेश्वर ने आनंदित कीता ते परमेश्वर नूं असीं ऊंठां दी कुर्बानी, धन्नवाद दी भेंटां लैके आए हां ते परमेश्वर कबूल करे। धन्यवाद की भेंट मैं लाई हूँ मेरे खुदावंद यीशु। धन्यवाद की भेंट मैं लाई हूँ मेरे खुदावंद यीशु, मेरे खुदावंद यीशु। उपकार हैं तेरे बेशुमार मेरे खुदावंद यीशु। धन्यवाद की भेंट मैं लाई हूँ मेरे खुदावंद यीशु। उपकारों का हो धन्यवाद मेरे खुदावंद यीशु। उपकारों का हो धन्यवाद मेरे खुदावंद यीशु। तेरी भलाई की महिमा करूं मेरे खुदावंद यीशु। तेरी भलाई की महिमा करूं मेरे खुदावंद यीशु, मेरे खुदावंद यीशु, मेरे खुदावंद यीशु। धन्यवाद की भेंट मैं लाई हूँ मेरे खुदावंद यीशु। मांगने से बढ़कर तूने दिया मेरे खुदावंद यीशु। मांगने से बढ़कर तूने दिया मेरे खुदावंद यीशु। मेरी सोच से बढ़कर तूने किया मेरे खुदावंद यीशु। मेरी सोच से बढ़कर तूने किया मेरे खुदावंद यीशु, मेरे खुदावंद यीशु, मेरे खुदावंद यीशु। धन्यवाद की भेंट मैं लाई हूँ मेरे खुदावंद यीशु। मेरे पापों को अपने ऊपर लिया मेरे खुदावंद यीशु। मेरे पापों को अपने ऊपर लिया मेरे खुदावंद यीशु। मुझे माफ किया अनंत जीवन दिया मेरे खुदावंद यीशु। मुझे माफ किया अनंत जीवन दिया मेरे खुदावंद यीशु, मेरे खुदावंद यीशु, मेरे खुदावंद यीशु। धन्यवाद की भेंट मैं लाई हूँ मेरे खुदावंद यीशु। मुझे विश्वास दिया, मुझे बचा लिया मेरे खुदावंद यीशु। मुझे विश्वास दिया, मुझे बचा लिया मेरे खुदावंद यीशु। तूने दया बहाई, बाप से मिला दिया मेरे खुदावंद यीशु। तूने
तूने दया बहाई बाप से मिला दिया मेरे खुदावंद यीशु। मुझे विश्वास दिया, मुझे बचा लिया मेरे खुदावंद यीशु। देखो गवाही किस तरह परमेश्वर अपने वचन ਨੂੰ ਕਨਫਰਮ ਕਰ ਰਿਹਾ ਹੈ ਕਿ ਜਦੋਂ ਇਹ ਮੁਸੀਬਤ ਆਈ ਮੇਰੇ ਤੇ, ਪਰਮੇਸ਼ਵਰ ਕੋਲ ਆਏ। ਪਰਮੇਸ਼ਵਰ ਕੀ ਦਾਨ ਦੇ ਕੇ ਗਏ? ਪਰਮੇਸ਼ਵਰ ਸਾਡੇ ਫਾਦਰ ਹੈ, ਖਾਲੀ ਹੱਥ ਕਦੀ ਵਾਪਿਸ ਨਹੀਂ ਜਾਂਦੇ। ਪਰਮੇਸ਼ਵਰ ਜਦੋਂ ਕੋਈ ਮੁਸੀਬਤ ਆਂਦੀ ਹੈ, ਜਦੋਂ ਕੋਈ ਚੀਜ਼ ਆਂਦੀ ਹੈ, ਪਰਮੇਸ਼ਵਰ ਸਾਨੂੰ ਕੁਝ ਦੇਣ ਆਂਦੇ ਹੈ। परमेश्वर का धन्यवाद। परमेश्वर ने अखा खोलियां, दिखाया कि किस तरह परमेश्वर काम करते हैं। जदों ये मुसीबत आई, परमेश्वर नूं बुलाया गया। परमेश्वर ने मैनू की दान दिता? परमेश्वर का दान, उन्हें मैनू विश्वास दिता, उन्हें मैनू बचाया। होर की दिता? उसने अपनी दया बहा दी मेरे ते, और मेरे उस गुनाह तो जो भी चीज सी उस तो मैनू छुटकारा दे के मैनू पिता दे नाल मिला दिता। डू वी नीड एनीथिंग? किन्नी आपां दे लई जरूरी होगी। कोई मुसीबत आए, जदों असीं परमेश्वर दी हजूरी विच जावांगे ते ए दान परमेश्वर सानू दिंदे आ। जिवें असीं मां कोल बाप कोल जांदे आ, अपना सारा कुछ लुटा दिंदे आ अपने बच्चों ते। ए परमेश्वर है साडे जो सब कुछ दिंदे आ। असीं छोटियां छोटियां चीजां दे पिछे इस परमेश्वर नू मंगदे, बाकी चीजां तो देणगे। जिन्ने ए सारा कुछ दे दिता, बाकी क्यों नहीं देंगे? कि विश्वास मेरा है, विश्वास उस परमेश्वर ने दिता। उन्होंने पता है कि मैनू इस मुसीबत विच मैनू केड़ी चीज की जरूरत, ये चीज उन्होंने आन दिती ताकि वो मैनू ये ब्लैसिंग्स दे सकन। उस परमेश्वर का शुक्र होए। मुझे विश्वास दिया, मुझे बचा लिया मेरे खुदावंद यीशु। मुझे विश्वास दिया, मुझे बचा लिया मेरे खुदावंद यीशु। तूने दया बहाई बाप से मिला दिया मेरे खुदावंद यीशु। मेरे खुदावंद यीशु, मेरे खुदावंद यीशु। धन्यवाद की भेंट मैं लाई हूँ मेरे खुदावंद यीशु। और की उन्होंने दिता मैनू? अपनी पहचान दी, नया नाम दिया मेरे खुदावंद यीशु। अपनी पहचान दी, नया नाम दिया मेरे खुदावंद यीशु। अपनी दुल्हन कहा, अपना बदन कहा मेरे खुदावंद यीशु। अपनी दुल्हन कहा, अपना बदन कहा मेरे खुदावंद यीशु। मेरे खुदावंद यीशु, मेरे खुदावंद यीशु। धन्यवाद की भेंट मैं लाई हूँ मेरे खुदावंद यीशु। धन्यवाद की भेंट मैं लाई हूँ मेरे खुदावंद यीशु। फर्दर की दिता परमेश्वर ने? अपनी सामर्थ्य दी, पवित्र आत्मा दिया मेरे खुदावंद यीशु। अपनी सामर्थ्य दी, पवित्र आत्मा दिया मेरे खुदावंद यीशु। मेरे खुदावंद यीशु। अपनी सामर्थ्य दी, पवित्र आत्मा दिया मेरे खुदावंद यीशु। अपनी शांति दी, आनंद से भर दिया मेरे खुदावंद यीशु। अपनी शांति दी, आनंद से भर दिया मेरे खुदावंद यीशु। मेरे खुदावंद यीशु, मेरे खुदावंद यीशु। अपनी सामर्थ्य दी, पवित्र आत्मा दिया मेरे खुदावंद यीशु।
अपनी शांति दी, आनंद से भर दिया मेरे खुदावंद यीशु, मेरे खुदावंद यीशु, मेरे खुदावंद यीशु। धन्यवाद की भेंट मैं लाई हूँ मेरे खुदावंद यीशु, मेरे खुदावंद यीशु। उपकार हैं तेरे बेशुमार मेरे खुदावंद यीशु, उपकार हैं तेरे बेशुमार मेरे खुदावंद यीशु, मेरे खुदावंद यीशु। धन्यवाद की भेंट मैं लाई हूँ मेरे खुदावंद यीशु, मेरे खुदावंद यीशु, मेरे खुदावंद यीशु। थैंक यू फादर। प्रभु यीशु मसीह नासरी दे नाम ना। हे पिता परमेश्वर, किन्ना ਅਸੀਂ ਤੁਹਾਡਾ ਧੰਨਵਾਦ ਕਰੀਏ ਖੁਦਾਵੰਦ, ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਪਰਮੇਸ਼ਰ ਤੁਹਾਡੀ ਪ੍ਰੈਜ਼ੈਂਸ ਵਾਸਤੇ। ਤੁਸੀਂ ਹਰ ਪਲ ਸਾਡੇ ਨਾਲ ਹੋ ਖੁਦਾਵੰਦ। ਤੁਹਾਡਾ ਧੰਨਵਾਦ ਕਰਦੇ ਇਸ ਪ੍ਰੈਜ਼ੈਂਸ ਵਾਸਤੇ ਖੁਦਾਵੰਦ, ਕਿਉਂਕਿ ਇਹ ਪ੍ਰੈਜ਼ੈਂਸ ਹੀ ਹੈ ਜਿਹੜੀ ਸਾਨੂੰ ਜਗਤ ਨਾਲੋਂ ਅਲੱਗ ਕਰਦੀ ਹੈ, ਜਗਤ ਨਾਲੋਂ ਸਾਨੂੰ ਅਲੱਗ ਦਿਖਾਉਂਦੀ ਹੈ ਜਗਤ ਨੂੰ। ਇਹ ਤੁਹਾਡੀ ਪ੍ਰੈਜ਼ੈਂਸ ਹੈ ਖੁਦਾਵੰਦ ਜਿਹੜੀ ਬੰਧਨ ਤੋੜਦੀ ਹੈ ਖੁਦਾਵੰਦ। ਅੱਜ ਜੋ ਤੁਹਾਡੀ ਇਸ ਜਗ੍ਹਾ ਤੇ ਪ੍ਰੈਜ਼ੈਂਸ ਮੌਜੂਦ ਹੈ ਮੇਰੇ ਫਾਦਰ, ਜਿੰਨੇ ਜਣੇ ਅਸੀਂ ਬੈਠੇ ਹਾਂ, ਕੋਈ ਵੀ ਅਗਰ ਸਾਡੀ ਜ਼ਿੰਦਗੀ 'ਚ ਬੰਧਨ ਹੈ, हे ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਸਾਰੇ ਬੰਧਨ ਟੁੱਟ ਜਾਣ ਔਰ ਸਾਰੇ ਪ੍ਰਭੂ ਯੀਸ਼ੂ ਮਸੀਹ ਜੀ शैतान दे फंदिया तो आजाद होके परमेश्वर थोड़ी संतान बनन खुदावंद। थोड़े वचन नाल प्यार शुरू होए खुदावंद, थोड़े नाल रिश्ता बन जाए खुदावंद। थोड़ा धन्यवाद करते हैं हे पिता परमेश्वर जो अनुग्रह दा वचन इस टाइम ते पवित्र आत्मा जी तुसी साडे कोल लेके आए हो, थोड़ा धन्यवाद करते हैं। पवित्र आत्मा जी दीन करते हैं और अपने आप नूं थोड़े अधीन करते हैं। साडी मदद करो कि असीं वचन नूं सुन सकीए और सुन के उससे चल के पिता परमेश्वर दी आराधना स्तुति दे रूह सच्चाई ना करते हुए पिता परमेश्वर दी महिमा दा कारण बनिए और जगत विच अंधकार च रोशनी बन के चमक सके ताकि अंधकार खत्म होए और हे प्रभु यीशु थोड़ी रोशनी चमके। थैंक यू फादर, प्रभु यीशु दे नाम नाल आमीन आमीन। प्रेज दी लॉर्ड सारिਆਂ ਦਾ ਇੱਕ ਵਾਰੀ ਫਿਰ ਜੈ ਮਸੀਹ ਦੀ। प्रभु यीशु मसीह ਦੇ ਇਸ ਪ੍ਰੋਗਰਾਮ ਜੀਸਸ ਇਜ਼ ਲॉर्ड ਕ੍ਰੀਏਟਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। हर रोज़ असी 12 वजे तुहाडे तक सत्तों दिन परमेश्वर के वचन विचों परमेश्वर की गल्लां नूं लैके पेश होने आ। जिवें असीं कल गल कीती सी कि साडे वास्ते कितना ज़रूरी है कि बनिस्पत इस चीज़ दे दैट असीं लोकां कोल जाके सलाह लईए। ज़रूरी है कि असीं परमेश्वर कोलों सलाह लीए जो भी असीं कुछ करना है। परमेश्वर अपने वचन दे राहीं अपनी पवित्र आत्मा दे राहीं सानू रस्ता दिखाते हैं। उनके वास्ते असीं पढ़िया सी साम 32 का 8 पढ़िया सी। उनके परमेश्वर की कहते हैं कि मैं तुझे बुद्धि दूंगा, जिस मार्ग में तुझे चलना होगा उसमें तेरी अगुवाई करूंगा, मैं तुझ पर कृपा दृष्टि करूंगा और सम्मति दिया करूंगा। सम्मति देना मतलब है मैं तेनों गाइड करांगा, मैं तेनों सलाह देवांगा। ਤੇ ਜੇ ਤੁਸੀਂ ਸਾਡਾ ਕੱਲ ਦਾ ਪ੍ਰੋਗਰਾਮ ਮਿਸ ਕੀਤਾ ਹੈਗਾ ਤੇ ਇਹਨੂੰ ਤੁਸੀਂ ਫੇਸਬੁੱਕ ਤੇ ਜਾਂ ਸਾਡੇ YouTube ਚੈਨਲ ਤੇ ਜੀਸਸ ਇਜ਼ ਲॉर्ड ਕ੍ਰੀਏਟਰ ਤੇ ਜਾ ਕੇ ਦੇਖ ਸਕਦੇ ਹੋ। ਅੱਜ ਦਾ ਜਿਹੜਾ ਸਾਡਾ ਵਿਸ਼ੇ ਹੈਗਾ ਉਹ ਹੈਗਾ ਹਾਊ ਟੂ ਗਰੋ ਇਨ ਸਪਿਰਿਚੁਅਲ ਲਾਈਫ। ਕਿਵੇਂ ਅਸੀਂ ਪਰਮੇਸ਼ਵਰ ਦੀ ਜਿਹੜੀ ਦੇਣ ਹੈਗੀ ਏ पवित्र आत्मा जो रस्ता दिखाते ने उन्होंने असी रूहानी रस्ता कहने, स्पिरिचुअल रस्ता कहने। रूहानी जीवन ही साड़ी मदद करता है सानू पवित्रताई विच परमेश्वर के नज़दीक आने किवें असी लोकां नाल अपना परमेश्वर के प्रेम दे नाल प्रेम करना है। किवें जो लोग साडे नूं परेशान करते हैं, साडे ते उंगली उठाते हैं, साडे वास्ते समस्या पेश करते हैं, उन्हां दा असीं किवें सामना करना है। पर यह सारी गल्लां करन तो पहले
ਇਹ ਬਹੁਤ ਜਾਣਨਾ ਜ਼ਰੂਰੀ ਹੈ ਵੀ ਸਾਡੇ ਪਰਮੇਸ਼ਵਰ ਦੀ ਜਿਨ੍ਹਾਂ ਦੇ ਬਾਰੇ ਅਸੀਂ ਰੋਜ਼ ਗੱਲ ਕਰਦੇ ਹਾਂ, ਪਹਿਲੇ ਅੱਜ ਉਹਨਾਂ ਦੇ ਬਾਰੇ ਸਿੱਖਾਂਗੇ ਤਾਂ ਕਿ ਅਸੀਂ ਉਹਨਾਂ ਦੇ ਰਸਤੇ ਚੱਲਣ ਦੀ ਆਪਣਾ ਗੱਲ ਨੂੰ ਸਮਝ ਪਾਵਾਂਗੇ। ਜੇ ਆਪਾਂ ਪਿਤਾ ਪਰਮੇਸ਼ਵਰ ਨੂੰ, ਪ੍ਰਭੂ ਯਿਸੂ ਮਸੀਹ ਨੂੰ ਹੀ ਜਿਸ ਤਰ੍ਹਾਂ ਸਾਨੂੰ ਬਾਈਬਲ ਬਿਆਨ ਕਰਦਾ ਹੈ ਉਸ ਤਰ੍ਹਾਂ ਨਹੀਂ ਜਾਣਦੇ, ਫਿਰ ਅਸੀਂ ਰੂਹਾਨੀ ਜੀਵਨ ਦੀ ਤੇ ਗੱਲ ਦੂਰ ਦੀ ਹੈਗੀ ਹੈ। ਜਿਵੇਂ ਬਹੁਤ ਸਾਰੇ ਲੋਕ ਕਈ ਵਾਰ ਕਹਿੰਦੇ ਨੇ ਉਹ ਫਲਾਣੀ ਗੱਲ ਉਹ ਤਾਂ ਮੈਨੂੰ ਸਭ ਪਤਾ ਹੈਗਾ, ਪਰ ਜਦੋਂ ਅਸੀਂ ਉਹਨੂੰ ਕਹਿੰਦੇ ਹਾਂ ਜੇ ਤੁਹਾਨੂੰ ਪਤਾ ਸਾਨੂੰ ਦੱਸ ਸਕਦੇ ਹੋ ਤੁਸੀਂ, ਤੇ ਬਹੁਤ ਸਾਰੇ ਲੋਕ ਇੱਕ ਜਾਂ ਦੋ ਸੈਂਟੈਂਸ ਤੋਂ ਬਾਅਦ ਨਹੀਂ ਕਹਿ ਪਾਉਂਦੇ। ਕਿਉਂ? ਉਹ ਸੋਚਦੇ ਨੇ ਕਿ ਸਾਨੂੰ ਪਤਾ ਹੈਗਾ, ਪਰ ਜਿਵੇਂ ਸਾਨੂੰ ਪਤਾ ਹੋਣਾ ਚਾਹੀਦਾ ਕਈ ਵਾਰੀ ਉਵੇਂ ਨਹੀਂ ਪਤਾ ਹੁੰਦਾ। ਇਸ ਕਰਕੇ ਆਪਾਂ ਦੇਖਾਂਗੇ ਕਿ ਪਰਮੇਸ਼ਵਰ ਨੇ ਸਾਡੇ ਵਾਸਤੇ ਕੀ ਕੀਤਾ, ਉਹ ਕਿਉਂ ਪ੍ਰਭੂ ਯਿਸੂ ਮਸੀਹ ਜੀ ਇਸ ਜ਼ਮੀਨ ਤੇ ਆਏ, ਉਹਨਾਂ ਦੀ ਮਹਿਮਾ ਦਾ ਕੀ ਰੂਪ ਹੈਗਾ, ਉਹਨਾਂ ਦੀ ਉਹ ਕੀ ਕਰ ਸਕਦੇ ਨੇ, ਉਹਨਾਂ ਦਾ ਅੱਜ ਕੀ ਅਸਤਿਤਵ ਹੈਗਾ, ਅੱਜ ਕੀ ਸਟੈਂਡਿੰਗ ਹੈਗੀ ਹੈ, ਉਹਨਾਂ ਦਾ ਤੇ ਸਾਡੇ ਵਿੱਚ ਕੀ ਰਿਸ਼ਤਾ ਹੈਗਾ। ਜਦੋਂ ਇਹ ਸਾਰੇ ਅਸੀਂ ਗੱਲਾਂ ਨੂੰ ਸਮਝ ਪਾਵਾਂਗੇ, ਉਸ ਤੋਂ ਬਾਅਦ ਉਹਨਾਂ ਨਾਲ ਕਿਵੇਂ ਚੱਲਣਾ ਹੈਗਾ, ਜਿਹਨੂੰ ਆਪਾਂ ਕਹਾਂਗੇ ਸਾਡੀ ਰੂਹਾਨੀ ਜ਼ਿੰਦਗੀ, ਉਹ ਤਾਈਓ ਸਮਝ ਪਾਵਾਂਗੇ। ਕਿਉਂਕਿ ਜੇ ਸਾਡਾ ਬੇਸ ਮਜ਼ਬੂਤ ਨਹੀਂ ਹੋਏਗਾ ਤੇ ਅਸੀਂ ਕਿੰਨੇ ਪਿੱਛੇ ਜਾ ਰਹੇ ਹਾਂ, ਸਾਨੂੰ ਉਹ ਵਿਸ਼ਵਾਸ ਫਿਰ ਸਾਡਾ ਮਜ਼ਬੂਤ ਨਹੀਂ ਹੋਏਗਾ। ਇਸ ਕਰਕੇ ਬਹੁਤ ਜ਼ਰੂਰੀ ਹੈ ਜਾਣਨਾ ਕਿ ਅਸੀਂ ਜੋ ਪਰਮੇਸ਼ਵਰ 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 ਰੋਜ਼ ਕਹਿੰਦੇ ਸੀ ਥੱਕਦੇ ਨਹੀਂ। ਮੇਰਾ ਵਿਸ਼ਵਾਸ ਹੈ ਤੁਸੀਂ ਵੀ ਕਹਿੰਦੇ ਨਹੀਂ ਥੱਕਦੇ ਹੋਵੋਗੇ। ਉਹ ਪਰਮੇਸ਼ਵਰ ਹੈ ਕੌਣ, ਉਹਨਾਂ ਦਾ ਆਗਾਜ਼ ਕੀ ਹੈ, ਉਹਨਾਂ ਦੀ ਸ਼ੁਰੂਆਤ ਕੀ ਹੈ, ਉਹਨਾਂ ਦੀ ਸਟੈਂਡਿੰਗ ਕੀ, ਉਹਨਾਂ ਦਾ ਅਸਤਿਤਵ ਕੀ, ਉਹਨਾਂ ਦੀ ਐਗਜ਼ਿਸਟੈਂਸ ਕੀ ਹੈਗੀ ਹੈ, ਤੇ ਉਹਨਾਂ ਦੀ ਮਹਿਮਾ ਕੀ ਹੈਗੀ ਹੈ, ਉਹ ਸਾਡੇ ਵਾਸਤੇ ਕੀ ਕਰ ਸਕਦੇ ਨੇ। ਵਚਨ ਸਾਨੂੰ ਉਹਨਾਂ ਬਾਰੇ ਕੀ ਦੱਸਦਾ ਹੈ। ਕਿਉਂ? ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ, ਬਾਈਬਲ ਕਹਿੰਦੇ ਦੇ ਬਾਰੇ ਕਹਿੰਦੇ ਨੇ ਕਿ ਇਹ ਬਾਈਬਲ ਜਿਹੜੀ ਹੈਗੀ ਹੈ ਸੰਪੂਰਨ ਹੈ। ਹੋਰ ਸੰਸਾਰਿਕ ਕੋਈ ਚੀਜ਼ ਸੰਪੂਰਨ ਨਹੀਂ ਹੈ, ਪਰ ਇੱਕ ਬਾਈਬਲ ਹੈਗੀ ਹੈ ਜਿਹੜੀ ਕੀ ਹੈ ਸੰਪੂਰਨ ਹੈ। ਕਿਉਂ? ਕਿਉਂਕਿ ਇਹ ਪਰਮੇਸ਼ਵਰ ਦੇ ਮੁਖ ਦੇ ਸ਼ਬਦ ਹੈਗੇ ਨੇ। ਅੱਜ ਕੱਲ ਲੋਕਾਂ ਦੀ ਸੋਚ ਵਿੱਚ ਤੇ ਲੋਕਾਂ ਵਾਸਤੇ ਕੀ ਚੀਜ਼ ਜ਼ਰੂਰੀ ਹੈਗਾ, ਉਹਦੇ ਬਹੁਤ ਜਲਦੀ ਹਰ 10 ਸਾਲ ਵਿੱਚ ਨਵੀਆਂ ਤਬਦੀਲੀਆਂ ਆ ਰਹੀਆਂ ਨੇ। ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਕੀ ਹੁੰਦਾ ਸੀ ਕਿ ਜਦੋਂ ਲੋਕੀ ਕਿਤੇ ਸਫ਼ਰ ਤੇ ਜਾਂਦੇ ਸੀ ਜਾਂ ਘਰੋਂ ਕੰਮ ਕਰਨ ਵਾਸਤੇ ਜਾਂਦੇ ਸੀ, ਉਹ ਕਿਹੜੀ ਚੀਜ਼ ਨੂੰ ਸਭ ਤੋਂ ਪਹਿਲੇ ਦੇਖਦੇ ਸੀ? ਉਹ ਸਭ ਤੋਂ ਪਹਿਲੇ ਦੇਖਦੇ ਸੀ ਵੀ ਜੇ ਮੇਰੇ ਤੋਂ ਬਾਅਦ ਘਰ 'ਚ ਕੋਈ ਨਹੀਂ ਹੈਗਾ ਤੇ ਕਿਆ ਮੈਂ ਦਰਵਾਜ਼ਾ ਬੰਦ ਕਰਤਾ ਹੈ, ਕਿਆ ਮੈਂ ਆਪਣੇ ਨਾਲ ਚਾਬੀ ਲੈ ਲਈ ਹੈ। ਉਸ ਤੋਂ ਬਾਅਦ ਜਿਵੇਂ ਕੁਝ ਤਰੱਕੀ ਹੋਈ ਤੇ ਅੱਜ ਕੱਲ੍ਹ ਇਲੈਕਟ੍ਰੋਨਿਕ ਲੌਕ ਆ ਗਏ, ਫਿਰ ਉਹ ਕਹਿੰਦੇ ਨੇ ਕੋਈ ਨਹੀਂ ਆਪਣਾ ਅੰਦਰ ਕੈਮਰਾ ਲੱਗਿਆ, ਜੇ ਕੋਈ ਐਕਟੀਵਿਟੀ ਹੋਏਗੀ ਘਰ ਦੇ ਵਿੱਚ ਤੇ ਉਹ ਸੈਂਸਰ ਜਿਹੜਾ ਹੈਗਾ ਉਹਨੂੰ ਕੈਚ ਕਰ ਲਏਗਾ, ਉਹਨੂੰ ਚਿੰਤਾ ਖਤਮ ਹੋ ਗਈ ਹੈ। ਫਿਰ ਅੱਗੇ ਜਦੋਂ ਲੇਡੀਜ਼ ਜਾਂਦੀਆਂ ਸੀ ਉਹਨਾਂ ਦੇ ਹੱਥ 'ਚ ਵੱਡੇ ਵੱਡੇ ਬਕਸੇ ਹੁੰਦੇ ਸੀ ਜਿਹਨੂੰ ਆਪਾਂ ਵੈਨਿਟੀ ਕੇਸ ਕਹਿੰਦੇ ਆ, ਉਹਦੇ 'ਚ ਉਹਨਾਂ ਨੇ ਸਾਰਾ ਸਮਾਨ ਪਾਇਆ ਹੁੰਦਾ ਸੀ। ਕਿਉਂ? ਹਰ ਚੀਜ਼ ਇੱਕ ਅਲੱਗ ਚੀਜ਼ ਵਾਸਤੇ ਬਣੀ ਹੁੰਦੀ ਸੀ। ਅੱਜ ਕੱਲ੍ਹ ਬਹੁਤ ਸਾਰੀ ਚੀਜ਼ਾਂ ਕੰਪੈਕਟ ਹੋ ਗਈਆਂ ਨੇ, 2 in 1, 3 in 1, 4 in 1। ਅੱਗੇ ਕੰਪਿਊਟਰ ਵੱਖਰਾ ਹੁੰਦਾ ਸੀ, ਪ੍ਰਿੰਟਰ ਵੱਖਰਾ ਹੁੰਦਾ ਸੀ, ਸਕੈਨਰ ਵੱਖਰਾ ਹੁੰਦਾ ਸੀ, ਫੈਕਸ ਦੀ ਮਸ਼ੀਨ ਵੱਖਰੀ ਹੁੰਦੀ ਸੀ। ਅੱਜ ਕੱਲ੍ਹ ਹਰ ਚੀਜ਼ ਕੰਪੈਕਟ ਹੋ ਗਈ ਹੈ। ਤੇ ਆਪਾਂ ਦੇਖੀਏ ਕਿ ਅੱਜ ਕੱਲ੍ਹ ਲੋਕੀ ਜਦੋਂ ਘਰੋਂ ਬਾਹਰ ਨਿਕਲਦੇ ਨੇ ਸਭ ਤੋਂ ਪਹਿਲੇ ਕੀ ਦੇਖਦੇ ਨੇ ਕਿ ਮੈਂ ਕਿਹੜੀ ਚੀਜ਼ ਮੇਰੀ ਜੇਬ ਵਿੱਚ ਹੈਗੀ ਕਿ ਨਹੀਂ ਹੈਗੀ। ਸਭ ਤੋਂ ਪਹਿਲੇ ਲੋਕੀ ਦੇਖਦੇ ਨੇ ਕਿ ਮੇਰਾ ਸੈੱਲ ਫੋਨ ਮੈਂ ਲੈ ਲਿਆ,
ਤੇ ਨਾ ਕਿ ਮੈਂ ਸੈੱਲਫੋਨ ਲੈ ਲਿਆ, ਮੈਂ ਸੈੱਲਫੋਨ ਦਾ ਚਾਰਜਰ ਵੀ ਲੈ ਕੇ ਨਹੀਂ ਲੈ ਲਿਆ। ਕਿਉਂ? ਕਿਉਂਕਿ ਅੱਜ ਕੱਲ ਉਹਦੇ ਤੋਂ ਬਿਨਾ ਜੀਵਨ ਹੀ ਨਹੀਂ ਹੈਗਾ। ਕਈ ਵਾਰੀ ਹਸਬੈਂਡ ਉੱਪਰ ਹੁੰਦਾ ਹੈ, ਵਾਈਫ ਥੱਲੇ ਹੁੰਦੀ ਹੈ, ਤੋ ਆਵਾਜ਼ ਮਾਰਨ ਦੇ ਬਦਲੇ ਫੋਨ ਤੇ ਗੱਲ ਕਰਦੇ ਨੇ ਵੀ ਤੁਸੀਂ ਕੀ ਕਰਦੇ ਪਏ ਹੋ, ਕਿਤੋਂ ਥੱਲੇ ਆਣਾ ਹੈ। ਜਾਂ ਬੱਚੇ ਕਈ ਵਾਰੀ ਆਪਸ ਵਿੱਚ ਬੈਠੇ ਹੁੰਦੇ ਨੇ ਤੇ ਆਪਸ ਵਿੱਚ ਉਹ ਚੈਟ ਕਈ ਤਰ੍ਹਾਂ ਦੀ ਆ ਗਈ, ਉਹਨੇ ਚੈਟ ਕਰੀ ਜਾਂਦੇ ਨੇ ਇੱਕ ਦੂਜੇ ਨਾਲ। ਉਹ ਹੱਥਾਂ ਦਾ, ਉਂਗਲਾਂ ਦਾ ਤੇ ਅੰਗੂਠੇ ਦਾ ਇਸਤੇਮਾਲ ਜ਼ਿਆਦਾ ਕਰਦੇ ਨੇ। ਗੱਲਾਂ ਦਾ ਵਾਰਤਾਲਾਪ ਜਿਹੜੀ ਹੈਗੀ ਹੈ, ਕਨਵਰਸੇਸ਼ਨ ਹੈਗੀ ਹੈ, ਉਹ ਖਤਮ ਹੋ ਗਈ ਹੈ। ਅੱਗੇ ਬੱਚਿਆਂ ਦੇ ਖੇਲਣ ਦੇ ਅਲੱਗ-ਅਲੱਗ ਤਰੀਕੇ ਹੁੰਦੇ ਸੀ, ਪਰ ਉਹ ਸਾਰੇ ਆਊਟਡੋਰ ਹੁੰਦੇ ਸੀ। ਹਰ ਬੱਚਾ ਗਰਾਊਂਡ ਹੀ ਜਾਣਾ ਪਸੰਦ ਕਰਦਾ ਸੀ ਤੇ ਭੱਜ ਸਕੇ, ਦੌੜ ਸਕੇ, ਝੂਲਾ ਝੂਲ ਸਕੇ, ਇੱਦਾਂ ਦੇ ਕੰਮ ਕਰ ਸਕੇ। ਪਰ ਅੱਜ ਕੱਲ ਹਰ ਚੀਜ਼ ਜਿਹੜੀ ਹੈਗੀ ਹੈ, ਇਹ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਇਹਦੇ ਸਾਹਮਣੇ ਸਾਰਾ ਜੀਵਨ ਹੈ, ਜਾਂ ਲੈਪਟਾਪ ਦੇ ਸਾਹਮਣੇ ਹੈਗਾ। ਤੇ ਅਸੀਂ ਧੀਰੇ ਧੀਰੇ ਕੀ ਕੀਤਾ ਹੈਗਾ, ਆਪਣੇ ਆਪ ਨੂੰ ਇਹ ਛੋਟੇ ਛੋਟੇ ਜਿਹੜੇ ਗੈਜਟ ਬਣੇ ਨੇ ਇਹਨਾਂ ਵਿੱਚ ਬੰਨ ਲਿਆ। ਸਾਨੂੰ ਹਮੇਸ਼ਾ ਚਿੰਤਾ ਰਹਿੰਦੀ ਹੈ ਕਿ ਜੇ ਗਲਤੀ ਨਾਲ ਮੇਰੇ ਸੈੱਲਫੋਨ ਦੀ ਬੈਟਰੀ ਖਤਮ ਹੋ ਗਈ ਤੇ ਫਿਰ ਮੇਰਾ ਕੀ ਹੋਏਗਾ। ਮੈਂ ਕਿਸੇ ਨਾਲ ਗੱਲ ਨਹੀਂ ਕਰ ਸਕਾਂਗਾ, ਕਿਸੇ ਦੀ ਕਾਲ ਮਿਸ ਹੋ ਜਾਏਗੀ, ਮੈਨੂੰ ਅੱਜ ਸੰਸਾਰ ਵਿੱਚ ਕੀ ਨਿਊਜ਼ ਚੱਲ ਰਹੀ ਉਹਦਾ ਨਹੀਂ ਪਤਾ ਲੱਗੇਗਾ। ਸਾਡੇ ਇੱਥੇ ਇੰਡੀਆ ਦਾ ਪਤਾ ਨਹੀਂ, ਸਾਡੇ ਇੱਥੇ ਕੀ ਕਹਿੰਦੇ ਨੇ, ਜੇ ਤੁਸੀਂ ਬੱਸ ਸਟਾਪ ਤੇ ਖੜੇ ਹੁੰਦੇ ਹੋ ਤੇ ਸੈੱਲਫੋਨ ਦੀ ਰਾਹੀਂ ਤੁਸੀਂ ਉਹ ਬੱਸ ਸਟਾਪ ਦਾ ਨੰਬਰ ਲਿਖਿਆ ਹੁੰਦਾ ਉੱਪਰ, ਉਹ ਤੁਸੀਂ ਆਪਣਾ ਡਾਇਲ ਕਰੋ ਤੇ ਆਟੋਮੇਟਿਡ ਦੱਸ ਦਿੰਦਾ ਵੀ ਅਗਲੀ 3 ਬੱਸਾਂ ਕਿੰਨੇ ਵਜੇ ਇਸ ਬੱਸ ਸਟਾਪ ਤੇ ਆਉਣਗੀਆਂ, ਨਾਰਥ ਬਾਉਂਡ, ਸਾਊਥ ਬਾਉਂਡ। ਤੇ ਅਸੀਂ ਇੰਨਾ ਬੁਰੀ ਤਰ੍ਹਾਂ ਇਹ ਸੈੱਲਫੋਨ ਦੇ ਕੀ ਇਹ ਸ਼ਿਕੰਜੇ 'ਚ ਆ ਗਏ ਆ। ਸੈੱਲਫੋਨ ਤੋਂ ਬਿਨਾ ਸਾਡਾ ਜੀਵਨ ਹੀ ਖਤਮ ਹੋ ਗਿਆ। ਜੇ ਸੈੱਲਫੋਨ ਦੀ ਬੈਟਰੀ ਖਤਮ ਹੋ ਜਾਏ ਤੇ ਅਸੀਂ ਕੀ ਆ, ਵੀ ਆਰ ਜਸਟ ਲਾਈਕ ਡੈਡ ਪੀਪਲ। ਅਸੀਂ ਬਿਲਕੁਲ ਆਪਣੇ ਆਪ ਨੂੰ ਨਕਾਰਾ ਮਹਿਸੂਸ ਕਰ ਰਹੇ ਹਾਂ ਕਿ ਹੁਣ ਮੈਂ ਕੁਝ ਵੀ ਨਹੀਂ ਕਰ ਪਾਵਾਂਗਾ। ਪਰ ਪਰਮੇਸ਼ਵਰ ਉਹਦੇ ਬਾਰੇ ਕੀ ਹੈਗਾ, क्या ਅਸੀਂ ਸੋਚਨੇ ਜਾਣ ਤੋਂ ਪਹਿਲੇ ਕਿ ਅੱਜ ਮੈਂ ਸਵੇਰੇ ਉੱਠ ਕੇ ਪ੍ਰਾਰਥਨਾ ਕੀਤੀ ਕਿ ਨਹੀਂ ਕੀਤੀ, ਅੱਜ ਮੈਂ ਜੇ ਕਿਸੇ ਨੂੰ ਮਾਫ ਕਰਨਾ ਸੀ ਤਾਂ ਉਹਨੂੰ ਕੀਤਾ ਕਿ ਨਹੀਂ ਕੀਤਾ, ਕੱਲ ਰਾਤੀ ਸੌਣ ਤੋਂ ਪਹਿਲੇ। ਮੈਂ ਅੱਜ ਸ਼ਾਮੀ ਆ ਕੇ ਮੈਂ ਕਿਹੜਾ ਪਰਮੇਸ਼ਵਰ ਦਾ ਵਚਨ ਪੜ੍ਹਨਾ ਹੈਗਾ, ਨਹੀਂ। ਸਿਰਫ ਤੇ ਸਿਰਫ ਦੁਨਿਆਵੀ ਗੱਲਾਂ 'ਚ ਆਪਾਂ ਸਾਰੇ ਫਸੇ ਹਾਂ। ਅਸੀਂ ਕਹਿੰਦੇ ਸੈੱਲਫੋਨ ਦੀ ਬੈਟਰੀ ਮੁੱਕਣੀ ਨਹੀਂ ਚਾਹੀਦੀ। ਸਾਡੀ ਜ਼ਿੰਦਗੀ ਏਦਾਂ ਰੱਬ ਤੋਂ ਬਿਨਾਂ ਮੁੱਕ ਜਾਵੇ ਕੋਈ ਗੱਲ ਨਹੀਂ ਹੈਗੀ। ਤੇ ਸਾਡੇ ਜੀਵਨ ਵਿੱਚ ਜਿਹੜੀ ਚੀਜ਼ ਸਾਡੇ ਸਿਆਣੇ ਜਿਹੜੇ ਹੁੰਦੇ ਸੀ ਉਹਨਾਂ ਦਾ ਬਹੁਤ ਪਰਮੇਸ਼ਵਰ ਦੇ ਨਾਲ ਜੋੜ ਸੀ। ਅੱਜ ਕੱਲ ਦੁਨੀਆ ਦੀ ਇੰਨੀਆਂ ਸਾਰੀਆਂ ਚੀਜ਼ਾਂ ਹੋ ਗਈਆਂ ਨੇ, ਇੱਕੋ ਐਪਲ ਦਾ ਫੋਨ ਉਹ ਥੋੜਾ ਫਰਕ ਕਰਕੇ ਕੋਈ ਆਪਣਾ ਤੁਹਾਡੀ ਬੈਟਰੀ ਵਧਾਤੀ, ਕੋਈ ਤੁਹਾਨੂੰ ਅਪਗ੍ਰੇਡ ਕਰਤਾ ਕੈਮਰਾ, ਦੇ ਹੈਵ ਮੇਡ ਬਿਲੀਅਨਸ ਆਫ ਡਾਲਰਸ। ਇੱਕ ਐਪਲ ਦਾ ਫੋਨ ਆਇਆ ਸੀ, ਉਹਨਾਂ ਦੇ 12-13 ਸੀਰੀਜ਼ ਆ ਗਈਆਂ। ਤੇ ਆਪਾਂ ਦੇਖੀਏ ਵੀ ਇਹ ਸਾਰੀ ਚੀਜ਼ਾਂ ਦਾ ਅਸਲੀ ਕੀ ਫਾਇਦਾ ਹੈਗਾ। ਕਿਆ ਸੈੱਲਫੋਨ ਤੁਹਾਨੂੰ ਤੁਹਾਡੇ ਡਰ ਤੋਂ ਆਪਣਾ ਛੁਡਾ ਸਕਦਾ? ਟੈਂਪਰੇਰੀ ਤੁਸੀਂ ਕਹੋਗੇ ਬਿਲਕੁਲ ਛੁਡਾ ਸਕਦਾ ਹੈ, ਮੈਂ ਕੋਈ ਗੇਮ ਖੇਡ ਲਾਂਗਾ ਤੇ ਮੇਰਾ ਧਿਆਨ ਹਟ ਜਾਊਗਾ। ਪਰ ਜਿਵੇਂ ਆਪਾਂ ਗੇਮ ਬੰਦ ਕਰਾਂਗੇ ਫਿਰ ਕੀ ਹੋਏਗਾ, ਫਿਰ ਡਰ ਵਾਪਸ ਆ ਜਾਏਗਾ। ਕੀ ਹੈ, ਆਪਾਂ ਸਭ ਟੈਂਪਰੇਰੀ ਫਿਕਸ ਕਰਦੇ ਪਏ ਹਾਂ। ਪਰ ਜਿਹਨੇ ਸਾਡੀ ਰਚਨਾ ਕੀਤੀ ਹੈ, ਜਿਹਨੇ ਸਾਨੂੰ ਸਰਜਿਆ, ਉਹਦੇ ਬਾਰੇ ਨਹੀਂ ਸੋਚਦੇ। ਜਿੰਨੇ ਇਹ ਸਾਰੇ ਧਰਤੀ ਆਕਾਸ਼ ਤੇ ਸਭ ਕੁਝ ਬਣਾਇਆ ਉਹਦੇ ਬਾਰੇ ਨਹੀਂ ਸੋਚਦੇ। ਤੇ ਅਸੀਂ ਇਹ ਦੱਸਾਂਗੇ ਸਾਡਾ ਜਿਹੜਾ ਸੋਰਸ ਹੈਗਾ, ਸਾਡੇ ਜ਼ਿੰਦਗੀ ਦੀ ਸ਼ੁਰੂਆਤ ਹੈਗੀ ਹੈ, ਜਿਹੜੀ ਇਹ ਜ਼ਮੀਨ ਦੀ ਸ਼ੁਰੂਆਤ ਹੈਗੀ ਹੈ, ਉਹ ਕਿੱਥੋਂ ਸ਼ੁਰੂ ਹੁੰਦੀ ਹੈ?
ਇਹ ਜਿਹੜਾ ਧਰਤੀ ਆਕਾਸ਼ ਇਹ ਕਿੰਨੇ ਬਣਾਇਆ? ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਸਾਮ 124:8 ਕਿੰਨੇ ਬਣਾਇਆ? ਦੱਸ ਸਕਦੇ ਹੋ ਤੁਸੀਂ ਕੀ ਕਹਿੰਦਾ ਵਚਨ? यहोवा जो आकाश और पृथ्वी का करता है, हमारी सहायता उसी के नाम से होती है। यहोवा जो आकाश और पृथ्वी का करता है, हु इज द क्रिएटर ऑफ दी दिस यूनिवर्स, ਉਹ ਸਾਡਾ ਕਰਤਾ ਹੈਗਾ ਤੇ ਉਹੀ ਉਹ ਹਰ ਚੀਜ਼ ਨੂੰ ਸੰਭਾਲਦਾ ਹੈ, ਉਹੀ ਉਹ ਹਰ ਚੀਜ਼ ਨੂੰ ਚਲਾਉਂਦਾ ਹੈ। ਤੁਸੀਂ ਕਹੋਗੇ ਚਲੋ ਠੀਕ ਹੈ, ਬਣਾਇਆ ਉਹਨਾਂ ਨੇ, ਪਰ ਉਹਨਾਂ ਮੇਰੇ ਨਾਲ ਕੀ ਸੰਬੰਧ ਹੈ? ਜੌਨ 3:16 ਸਭ ਤੋਂ ਇੱਕ ਫੇਮਸ ਵਰਡ ਹੈ ਪਰਮੇਸ਼ਵਰ ਦੇ ਵਚਨ ਦਾ। ਜੌਨ 3:16 ਕੀ ਕਹਿੰਦਾ? God so loved the world that he gave his only begotten Son, whosoever believes on him will not perish but have eternal life। पढ़ दो। क्योंकि परमेश्वर ने जगत से ऐसा प्रेम की रखा कि उसने अपना इकलौता पुत्र दे दिया, ताकि जो कोई उस पर विश्वास करे वह नष्ट ना हो परंतु अनंत जीवन पाए। नाल 17 में पढ़ दो। परमेश्वर ने अपने पुत्र को जगत में इसलिए नहीं भेजा कि जगत पर दंड की आज्ञा दे, परंतु इसलिए कि जगत उसके द्वारा उद्धार पाए। आमीन। आमीन। परमेश्वर ने जगत से ऐसा प्रेम किया। बहुत लोगों ਨੂੰ ਗਲਤ ਫਹਿਮੀਆਂ ਨੇ, ਮੈਨੂੰ ਵੀ ਬਹੁਤ ਗਲਤ ਫਹਿਮੀ ਸੀ। ਮੈਂ ਤੁਹਾਡੇ ਸਾਹਮਣੇ ਇਕਰਾਰ ਕਰਦਾ ਕਿ ਅਸੀਂ ਆਪਣੇ ਆਪ ਨੂੰ ਪੌਕਿਟਾਂ 'ਚ ਵੰਡਿਆ ਹੋਇਆ ਹੈ। ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਬਹੁਤ ਸਾਰੇ ਜੈਨ ਹੈ, ਬੁੱਧ ਹੈ, ਫਲਾਣਾ ਟਮਕਾਣਾ। ਪਰ ਇੱਕ ਪਰਮੇਸ਼ਵਰ ਹੈਗਾ ਜਿੰਦਾ ਨਾਮ ਯਹੋਵਾ ਪਰਮੇਸ਼ਵਰ ਹੈ। ਜਿਵੇਂ ਆਪਾਂ ਉਹਨੇ ਸਾਮ 124:8 ਪੜਿਆ, ਜਿਨਨੇ ਧਰਤੀ ਤੇ ਆਕਾਸ਼ ਦੀ ਰਚਨਾ ਕੀਤੀ ਤੇ ਸਭ ਕੁਝ ਬਣਾਇਆ। ਉਹਨੇ ਮੁਖ ਦੇ ਵਾਕ ਕੀ ਨੇ ਕਿ ਪਰਮੇਸ਼ਵਰ ਨੇ ਜਗਤ ਸੇ ਐਸਾ ਪ੍ਰੇਮ ਕੀਆ। ਇਹਦੇ ਵਿੱਚ ਸਾਰੇ ਵਿਸ਼ਵਾਸ ਕਰਨ ਵਾਲੇ, ਤੁਸੀਂ ਕਿਸੇ ਤੇ ਵਿਸ਼ਵਾਸ ਕਰਦੇ ਹੋ, ਉਹ ਸਾਰੇ ਆ ਜਾਂਦੇ ਨੇ। ਇੱਕ ਪਾਰਟਿਕੂਲਰ ਬ੍ਰਾਂਚ ਆਫ ਪੀਪਲ ਨਹੀਂ ਆਉਂਦੇ, ਇੱਕ ਥੋੜੇ ਜਿਹੇ ਲੋਕ ਨਹੀਂ ਆਉਂਦੇ। कि परमेश्वर ने जगत से अपना ऐसा प्रेम कि अपना इकलौता पुत्र दे दिया। क्यों देता? कि जो भी उस पर विश्वास करे वो नाश ना हो पर कि ये अनंत जीवन पाए। ते पुत्र किस वास्ते आया? दोबारा पढ़ो 17 नंबर। परमेश्वर ने अपने पुत्र को जगत में इसलिए नहीं भेजा कि जगत पर दंड की आज्ञा दे, परंतु इसलिए कि जगत उसके द्वारा उद्धार पाए। जगत उसके द्वारा उद्धार पाए। ਇਹ ਤਾਂ ਪਰਮੇਸ਼ਵਰ ਦਾ ਪ੍ਰੇਮ ਹੈ ਸਾਡੇ ਵਾਸਤੇ। ਹੁਣ ਉਹ ਜਿਹੜਾ ਪ੍ਰੇਮ ਹੈ, ਤੁਸੀਂ ਕਹੋਗੇ ਤਾਂ ਉਹ ਤਾਂ ਆਏ ਸਾਰਿਆਂ ਸਾਹਮਣੇ ਆਪਣਾ ਮੁਰਦੇ ਆਪਣਾ ਸਲੀਬ ਚੜੇ ਤੇ ਗਾੜਦੇ ਗਏ। ਹੁਣ ਕੀ ਸਟੋਰੀ ਖਤਮ ਹੋ ਗਈ? ਨਹੀਂ। ਆਪਾਂ ਪੜਾਂਗੇ ਪ੍ਰੇਰਿਤਾਂ ਦੇ ਕੰਮ ਐਕਟਸ 1:3। ਪ੍ਰਭੂ ਯਿਸੂ ਮਸੀਹ ਦੇ ਬਾਰੇ ਕੀ ਲਿਖਿਆ? ਉਹ ਮੁਰਦਿਆਂ ਚੋਂ ਜੀ ਉਠੇ। कौन दसदा है? यह परमेश्वर का वचन दसदा है। हाँ जी। उसने दुख उठाने के बाद से पक्के प्रमाणों से अपने आप को उन्हें जीवित दिखाया। केड़े प्रमाणों से? पक्के पक्के प्रमाणों से। आगे। और 40 दिन तक वह उन्हें दिखाई देता रहा और परमेश्वर के राज्य की बातें करता रहा। When he rose from the dead, ਜਦੋਂ ਪ੍ਰਭੂ ਯਿਸੂ ਮਸੀਹ ਮੁਰਦਿਆਂ ਤੋਂ ਜੀ ਉਠੇ ਤੇ 40 ਦਿਨ ਉਹ ਆਪਣੇ ਲੋਕਾਂ ਦੇ ਵਿੱਚ ਰਹੇ ਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੀਆਂ, ਪਰਮੇਸ਼ਵਰ ਦੇ ਆਉਣ ਦੇ ਸਮੇਂ ਦੀਆਂ ਗੱਲਾਂ ਦੱਸਦੇ ਰਹੇ। ਤੇ ਫਿਰ ਉਹਨਾਂ ਨੇ ਜਾਣ ਤੋਂ ਪਹਿਲੇ ਕੀ ਕਿਹਾ? ਜਦੋਂ ਉਹਨਾਂ ਜਾਣ ਲੱਗੇ ਤੇ ਚੇਲੇ ਉਦਾਸ ਹੋ ਗਏ ਤੇ ਉਹਨਾਂ ਨੇ ਕੀ ਕਿਹਾ ਕਿ ਮੈਂ ਤੁਹਾਡੇ ਲਈ ਇੱਕ ਹੋਰ ਮਦਦਗਾਰ ਭੇਜਾਂਗਾ। ਹੁਣ ਇੱਕ ਹੋਰ ਤੇ ਪਹਿਲਾ ਕੌਣ ਹੈ? ਪਹਿਲੇ ਉਹ ਆਪ ਨੇ, ਪ੍ਰਭੂ ਯਿਸੂ ਮਸੀਹ। ਉਹ ਸਾਡੀ ਮਦਦ ਕਰਨ ਵਾਸਤੇ ਆਏ, ਸਾਨੂੰ ਸਾਡੇ ਪਾਪਾਂ ਨੂੰ ਦਿਖਾ ਕੇ
ਉਹਦੇ ਤੋਂ ਛੁਟਕਾਰਾ ਦਿਲਾਉਣ ਵਾਸਤੇ ਆਏ। ਤੇ ਇੱਕ ਹੋਰ ਮਦਦਗਾਰ ਭੇਜਾਂਗਾ, ਮਤਲਬ ਕਿ ਜਦੋਂ ਮੈਂ ਜਾਵਾਂਗਾ ਤੇ ਮੈਂ ਤੁਹਾਡੇ ਵਾਸਤੇ ਪਵਿੱਤਰ ਆਤਮਾ ਭੇਜਾਂਗਾ ਕਿ ਜੋ ਵੀ ਮੈਨੂੰ ਇਕਰਾਰ ਕਰੇਗਾ ਉਹਦੇ ਵਿੱਚ ਮੇਰਾ ਇੱਕ ਅੰਸ਼, ਗॉड ਦਾ ਫਾਦਰ, ਗॉड ਦਾ ਸਨ, ਗॉड ਦੀ ਹੋਲੀ ਸਪਿਰਿਟ, ਉਹ ਸਾਡੇ ਅੰਦਰ ਹੈਗੇ ਨੇ, ਜਿਹੜਾ ਸਾਨੂੰ, ਜਿਵੇਂ ਅਸੀਂ ਕੱਲ ਸਮਝਾਂਗੇ ਕਿਵੇਂ, ਜਿਹੜੇ ਕਿ ਸਾਨੂੰ ਰੂਹਾਨੀ ਜੀਵਨ ਜੀਣ ਵਿੱਚ ਮਦਦ ਕਰਦੇ ਨੇ। ਹੁਣ ਆਪਾਂ ਜੌਨ 4:24 ਪੜਾਂਗੇ। ਅਸੀਂ ਕਿਸੇ ਦੇ ਖਿਲਾਫ ਨਹੀਂ ਇੱਥੇ ਬੋਲਦੇ, ਸਿਰਫ ਪਰਮੇਸ਼ਰ ਦੇ ਵਚਨ ਦੀ ਗੱਲਾਂ ਕਰਦੇ ਹਾਂ। ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਆਪਣੇ ਹੱਥਾਂ ਨਾਲ ਰੱਬ ਬਣਾਏ ਹੋਏ ਨੇ। ਗਰੀਬ ਆਦਮੀ ਲੱਕੜੀ ਦਾ ਬਣਾਉਂਦਾ ਹੈ ਜਾਂ ਉਹ ਕਾਗਜ਼ ਦੀ ਆਪਣਾ ਪ੍ਰਿੰਟਿੰਗ ਪ੍ਰੈਸ ਤੋਂ ਫੋਟੋ ਖਰੀਦ ਲੈਂਦਾ। ਉਸ ਤੋਂ ਬਾਅਦ ਸੰਗਮਰਮਰ ਦੇ ਰੱਬ ਲੋਕੀ ਬਣਾ ਲੈਂਦੇ ਨੇ, ਸੋਨੇ ਦੇ ਚਾਂਦੀ ਦੇ ਬਣਾ ਲੈਂਦੇ ਨੇ। ਬਹੁਤ ਸਾਰੇ ਨੇ ਆਪਣੇ ਗਲੇ 'ਚ ਲਟਕਾਇਆ ਹੁੰਦਾ, ਭਾਵੇਂ 4-4 ਦਿਨ ਨਹਾਣ ਨਾ। ਫਿਰ ਉਹਨਾਂ ਨੂੰ ਕੀ ਕਰਦੇ, ਜਿੰਨਾ ਮਹਿੰਗਾ ਰੱਬ ਹੁੰਦਾ ਉਹਨਾਂ ਵੱਡਾ ਤਾਲਾ ਲਾ ਕੇ ਉਹਦੇ ਬਾਹਰ ਲਗਾ ਦਿੰਦੇ ਨੇ, ਕੋਈ ਰਾਤੇ ਕੋਈ ਚੋਰੀ ਕਰਕੇ ਨਾ ਲੈ ਜਾਵੇ। ਪਰ परमेश्वर का वचन की कहना है जॉन 4:24 ਵਿੱਚ परमेश्वर आत्मा है और अवश्य है कि उसकी आराधना करने वाले आत्मा और सच्चाई से आराधना करे। परमेश्वर आत्मा है और हम परमेश्वर की आराधना कैसे कर सकते हैं? रूह और सच्चाई से। दिल वाला दिल कहते दिल दिल नूं जानदा है, आत्मा आत्मा नूं पहचानदी है। ताइयों मैं हथ जोड़ के प्रार्थना करना, जिन्हां लोकां ने फिल्मां देख देख के प्रभु यीशु मसीह दे घरे फोटोआं लाइयां ने, उन्हां तो परहेज करना चाहिए। क्यों? वो सिर्फ एक कलाकार दी सोच हैगी है। परमेश्वर सानू बना सकता, असी परमेश्वर नू नहीं बना सकते। ताइयों उन्हां दा कोई रियल पिक्चर अज तक है संसार विच किसी कोल नहीं हैगा। क्यों? परमेश्वर की है, ही डज न्यू थिंग्स एवरी डे। आपां कोई पैटर्न नहीं बना सकते, एक तरीका नहीं बना सकते। सब तो पहले जो प्रभु यीशु मसीह ने अन्य नूं चंगा किया तो उन्होंने छू के चंगा किया। आज आप उस पास जावांगे नहीं, मैं तुहानूं सिर्फ ब्रीफ दसना चाहना, वचन च लिखिया जो दोबारा अन्य नूं चंगा किया तो अन्ना उन्हां दे नजदीक आया तो चेले कहंदे प्रभु इहनूं छू दे। वो समझिया फार्मूला हैगा, जिन्होंने प्रभु यीशु मसीह छू देंगे वो चंगा हो जाएगा। पर उन्होंने जिन्नी बारी भी अन्य नूं चंगा किया, हर बारी एक नवे तरीके नाल चंगा किया। जिन्ने लोग भी प्रभु को आंदे ने, कोई बच्चे की बीमारी करके आंदा है, कोई अपनी बीमारी करके आंदा है, कोई डर तो मुक्ति पाने वास्ते आंदा है, कोई सिर्फ रब नूं लभदे हुंदे ने ताईं आ जांदा है। इस करके हर बंदे दी गवाही तुसीं देखोगे वखरी है, क्योंकि साडा परमेश्वर की है, वी कैनॉट पुट हिम इन बॉक्स भी यह चीज दा एवें परमेश्वर करनगे नहीं। नो फार्मूला, बिकॉज ही इज अ वंडरफुल, स्ट्रेंज, ग्रेट, अमेजिंग गॉड। हर बंदे नूं वखरे वखरे तरीके नालों पेश होंदे ने। जिवें इन्हां ने उन्हें गवाही दी अपनी अख दी। साडे एक ब्रदर सी कि उन्हां दा परिवार पिछे पाकिस्तानी सीगा। ही वॉज लिविंग एट दैट टाइम इन बेसमेंट। उन्हां कोल उस टाइम जॉब नहीं सीगी तो उन्हां दी वाइफ दा फोन आया कि साडे मैडिकल आ गए ने, पर मैडिकल कराने वास्ते डॉक्टर नूं पैसे देने पैंदे ने ते $500 का खर्चा हैगा, ते मेरे कोल तो पैसे हैगे नहीं इत्थे पाकिस्तान विच। दसो मैं की करा?
ਤੇ ਉਹਨੇ ਆਪਣੀ ਵਾਈਫ ਨੂੰ ਕਿਹਾ ਸਾਡਾ ਭਰੋਸਾ ਕਿੰਦੇ ਤੇ ਹੈਗਾ, ਪਰਮੇਸ਼ਵਰ ਤੇ ਹੈਗਾ। ਪਰਮੇਸ਼ਵਰ ਵਾਸਤੇ ਉਹ ਪਰਮੇਸ਼ਵਰ ਨਹੀਂ ਹੈਗਾ ਜਿੰਦੇ ਵਾਸਤੇ ਜੇ ਕੋਈ ਮੁਸ਼ਕਿਲ ਹੋਵੇ ਚੀਜ਼ ਤੇ, ਉਹਨਾਂ ਵਾਸਤੇ ਕੋਈ ਚੀਜ਼ ਮੁਸ਼ਕਿਲ ਨਹੀਂ ਹੈ। ਸਿਰਫ ਆਪਾਂ ਨੂੰ ਬੱਚੇ ਤਰ੍ਹਾਂ, ਜਿਵੇਂ ਬੱਚੇ ਨੂੰ ਮਾਂ-ਬਾਪ ਤੇ ਵਿਸ਼ਵਾਸ ਹੁੰਦਾ ਹੈ ਕਿ ਮੈਂ ਜੇ ਦੁੱਧ ਮੰਗਾਂਗੇ ਤੇ ਮਾਂ ਦੁੱਧ ਦੇਗੀ, ਮੈਂ ਜੋ ਚੀਜ਼ ਮੰਗਾਂਗਾ ਮੇਰੇ ਮਾਂ-ਬਾਪ ਮੈਨੂੰ ਮੁਹੱਈਆ ਕਰਾਉਣਗੇ, ਮੈਨੂੰ ਅਵੇਲੇਬਲ ਕਰਾਉਣਗੇ। ਤੇ ਉਹ ਕਹਿੰਦੇ ਮੈਂ ਵੀ ਰਾਤੀ ਪ੍ਰਾਰਥਨਾ ਕਰਕੇ ਸੋ ਗਿਆ ਕਿ ਪਿਤਾ ਪਰਮੇਸ਼ਵਰ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ, ਪਰ ਮੈਂ ਤੁਹਾਡੇ ਤੇ ਵਿਸ਼ਵਾਸ ਕਰਦਾ ਵਾਂ, ਜਿੰਨੇ ਜੋ ਕੁਝ ਮੈਂ ਦੇਖ ਰਿਹਾ ਸਭ ਕਿੰਦਾ ਹੈਗਾ, ਤੁਹਾਡਾ ਹੈਗਾ। ਤੇ ਸਵੇਰੇ 8 ਵਜੇ ਉਹਨਾਂ ਦੀ ਬੇਸਮੈਂਟ ਦੇ ਦਰਵਾਜ਼ੇ ਨੇ ਕਿਸੇ ਨੇ ਨੌਕ ਕੀਤਾ। ਉਹ ਬੰਦੇ ਨੂੰ ਉਹਨਾਂ ਨੇ ਅੱਜ ਤੱਕ ਕਦੀ ਨਹੀਂ ਦੇਖਿਆ ਸੀ, ਉਸ ਤੋਂ ਬਾਅਦ ਵੀ ਕਦੀ ਨਹੀਂ ਦੇਖਿਆ। ਤੇ ਉਹਨੂੰ ਇੱਕ ਲਿਫਾਫਾ ਫੜਾ ਕੇ ਬੰਦਾ ਚਲਾ ਗਿਆ। ਉਹ ਪੈਸੇ, ਉਹ ਲਿਫਾਫੇ ਕੀ ਸੀਗਾ, $500 ਸੀਗੇ। ਪ੍ਰੇਜ਼ ਗॉड। ਅੱਜ ਸਵੇਰੇ ਮੈਂ ਬ੍ਰਦਰ ਨਾਲ ਗੱਲ ਕਰਦਾ ਸੀ, ਬੜੇ ਦੁਖੀ ਸੀਗੇ, ਬੜੇ ਪਰੇਸ਼ਾਨ ਸੀਗੇ। ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਪਰਮੇਸ਼ਵਰ ਤੁਹਾਡੇ ਤੇ ਕਦੀ ਵੀ ਉਹ ਮੁਸੀਬਤ ਨਹੀਂ ਆਉਣ ਦਿੰਦਾ ਜਿਸ ਕਰਕੇ ਤੁਸੀਂ ਟੁੱਟ ਜਾਓ। ਪਰਮੇਸ਼ਵਰ ਚਾਹੁੰਦਾ ਹੈ ਕਿ ਉਹਦੇ ਜਿਹੜੇ ਲੋਕ ਹੈਗੇ ਨੇ ਉਹ ਮਜ਼ਬੂਤ ਬਣਨ, ਸਟਰੋਂਗ ਬਣਨ। ਐਵੇਂ ਨਰਮ ਨਹੀਂ ਬਣਨ, ਮਾੜੀ ਤਕਲੀਫ ਆਈ ਤੇ ਚੱਲ ਵੀ ਬਾਬੇ ਕੋਲ ਚੱਲੀਏ, ਚੱਲ ਕੋਈ ਤਬੀਤ ਲੈ ਆਈਏ, ਚੱਲ ਕੋਈ ਮੁੰਦਰੀ ਬਣਵਾ ਗਲੇ ਉਂਗਲੀ ਚ ਪਾ ਲਈਏ और ਨੱਗ ਹੀ ਕੁਝ ਕਰ ਦੂਗਾ। ਸਾਡਾ ਪਰਮੇਸ਼ਵਰ ਸਭ ਕੁਝ ਕਰਨ ਵਾਲਾ ਹੈ। ਤੇ ਅਸੀਂ ਗਵਾਹੀਆਂ ਕਿਉਂ ਦਿੰਦੇ ਆ? ਐਸ ਕਰਕੇ ਨਹੀਂ ਦਿੰਦੇ ਕਿ ਮੇਰੇ ਨਾਲ ਹੋਇਆ, ਐਸ ਕਰ ਦਿੰਦੇ ਕਿ ਰੱਬ ਇਹ ਸਭ ਕੁਝ ਕਰ ਸਕਦਾ ਹੈ। ਹਾਲੇਲੂਇਆ। ਉਹ ਕਿਹੜਾ ਕੰਮ ਕਰਦਾ ਹੈ? ਉਹ ਅਜਾਇਬ ਕੰਮ ਕਰਦਾ ਹੈ, ਉਹ ਅਜੀਬ ਕੰਮ ਕਰਦਾ ਹੈ। ਤੇ ਉਹਨਾਂ ਨੇ ਕੀ ਕੀਤਾ? ਮੁਰਦਿਆਂ ਚੋਂ ਜੀ ਉੱਠੇ। ਉਹ ਅੱਜ ਵੀ ਆਪਣਾ ਪਰਮੇਸ਼ਰ ਸੱਜਦ ਬੈਠੇ ਨੇ, ਆਪਾਂ ਅੱਗੇ ਜਾ ਕੇ ਦੇਖਾਂਗੇ ਵਾਲਾ। ਤੇ ਉਹ ਅੱਜ ਕਿੱਥੇ ਹੈਗੇ ਨੇ? ਆਪਾਂ ਦੇਖਾਂਗੇ 1 ਪੀਟਰ 3:22। ਪਰਮੇਸ਼ਰ ਦਾ ਵਚਨ ਦੱਸਦਾ ਕਿ ਅੱਜ ਪ੍ਰਭੂ ਯਿਸੂ ਮਸੀਹ ਕਿੱਥੇ ਹੈਗੇ ਨੇ। ਪਵਿੱਤਰ ਆਤਮਾ ਉਹਨਾਂ ਨੇ ਭੇਜਤਾ ਸਾਡੇ ਕੋਲ, ਬਟ ਵੇਅਰ ਇਜ਼ ਹੀ? ਹਾਂਜੀ। वह स्वर्ग पर जाकर परमेश्वर की दाहिनी ओर बैठ गया और स्वर्गदूत और अधिकारी और सामर्थी उसके अधीन किए गए हैं। आमीन। He is sitting at the right hand of the Father, God the Father. ਕਿਵੇਂ ਪਤਾ ਲੱਗਦਾ? ਉਹ ਵੀ ਹੁਣ ਤੁਹਾਨੂੰ ਦਿਖਾ ਦਿੰਦੇ ਆ ਪਰਮੇਸ਼ਰ ਦੇ ਵਚਨ ਵਿੱਚੋਂ। ਤੇ ਉਹਨਾਂ ਨੇ ਕੀ ਕਿਹਾ? I am the beginning, I am the end। ਆਪਾਂ ਚੱਲਾਂਗੇ ਰੈਵਲੇਸ਼ਨ 22:13 ਜਿੱਥੇ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ ਕਿ ਸਭ ਕੁਝ, ਹਰ ਚੀਜ਼ ਦੀ ਸ਼ੁਰੂਆਤ ਹੈ ਸੰਸਾਰ ਵਿੱਚ, ਇਸ ਬ੍ਰਹਮਾਂਡ ਵਿੱਚ। ਭਾਵੇਂ ਕਿੰਨੀਆਂ ਗੈਲੈਕਸੀਜ਼ ਹੈਗੀਆਂ ਨੇ, ਕਿੱਥੋਂ ਹੋਈ ਹੈ? ਮੇਰੇ ਤੋਂ ਹੋਈ ਹੈ। ਹਾਂਜੀ। मैं अल्फा और ओमेगा, पहला और अंतिम, आदि और अंत हूँ। आमीन। अल्फा और ओमेगा, पहला और अंतिम। कौन हैगा वा? आदि ते अनंत हैगा वा। ਆਪਾਂ ਨੈਕਸਟ ਚੱਲਾਂਗੇ ਜੌਨ 14:6। ਸਾਰਿਆਂ ਨੂੰ ਮੂੰਹ ਜ਼ਬਾਨੀ ਪਤਾ ਹੈ, ਫਿਰ ਵੀ ਆਪਾਂ ਵਚਨ ਚ ਪੜ੍ਹ ਦਾਂਗੇ। ਉਹ ਕੀ ਕਰ ਸਕਦੇ ਨੇ? ਕੀ ਕਰਨ ਦੀ ਤਾਕਤ ਰੱਖਦੇ ਨੇ? ਉਹਨਾਂ ਨੇ ਕੀ ਕਿਹਾ? ਹਾਂਜੀ। मार्ग, यीशु ने उससे कहा, मार्ग और सत्य और जीवन मैं ही हूँ, बिना मेरे द्वारा कोई पिता के पास नहीं पहुंच सकता। ਉਹਨਾਂ ਨੇ ਇਹ ਨਹੀਂ ਕਿਹਾ ਆਈ ਵਿਲ ਸ਼ੋ ਯੂ ਦਾ ਵੇ, ਉਹਨਾਂ ਨੇ ਕਿਹਾ ਆਈ ਐਮ ਦੀ ਵੇ। ਉਹਨਾਂ ਨੇ ਇਹ ਨਹੀਂ ਕਿਹਾ ਆਈ ਵਿਲ ਟੈਲ ਯੂ ਦੀ ਟਰੁੱਥ, ਉਹ ਕਹਿੰਦੇ ਆਈ ਐਮ ਦੀ ਟਰੁੱਥ। ਮਤਲਬ ਕਿ ਜੋ ਗੱਲਾਂ ਮੈਂ ਕਹੀਆਂ ਨੇ ਸਿਰਫ ਉਹੀਓ ਸੱਚ ਨੇ। ਉਹਨਾਂ ਨੂੰ ਅਸੀਂ ਰੀਫਰੇਸ ਕਰਕੇ ਅਲੱਗ ਤਰੀਕੇ ਨਾਲ ਦੱਸ ਸਕਦੇ ਆ, ਪਰ ਬੇਸ ਕੀ ਹੈ? ਜੋ ਉਹਨਾਂ ਦੇ ਮੁਖ ਦੇ ਨਿਕਲੇ ਹੋਏ ਵਾਕ ਨੇ।
ਤੇ I am the life, not that I will show you the life. ਉਹਨਾਂ ਨੇ ਕਿਹਾ ਕਿ I am the door, ਮੈਂ ਹੀ ਦਰਵਾਜ਼ਾ ਹੈਗਾ ਵਾਂ। ਦਰਵਾਜ਼ਾ ਕਿੱਥੇ ਜਾਂਦਾ ਹੈ? ਪਰਮੇਸ਼ਵਰ ਦੇ ਕੋਲ ਜਾਂਦਾ ਹੈ। I am the way, I am the truth, I am the life। ਆਪਾਂ ਉਹਨਾਂ ਦੀ ਮਹਿਮਾ ਦੇ ਬਾਰੇ ਦੇਖਾਂਗੇ। ਉਹਨਾਂ ਦੀ ਮਹਿਮਾ ਵੀ ਅਦਭੁਤ ਹੈਗੀ ਹੈ। ਆਪਾਂ ਦੇਖਾਂਗੇ ਰੈਵਲੇਸ਼ਨ 1:17 ਤੇ 18। ਇੱਥੇ ਪ੍ਰਭੂ ਯਿਸੂ ਮਸੀਹ ਜਦੋਂ ਜ਼ਮੀਨ ਤੇ ਸੀਗੇ, ਉਹਨਾਂ ਦੇ ਨਾਲ ਉਹਨਾਂ ਦੇ 12 ਚੇਲੇ ਉਹਨਾਂ ਨੇ ਪਹਿਲੇ ਚੁਣੇ ਸੀ। ਉਹ ਸਾਰੇ 12 ਚੇਲੇ ਕੀ ਸੀਗੇ? ਉਹਨਾਂ ਵਿੱਚੋਂ ਇੱਕ ਦੋ ਨੂੰ ਛੋੜ ਕੇ ਇੱਕ ਟੈਕਸ ਕਲੈਕਟਰ ਸੀਗਾ, ਇੱਕ ਫਿਜ਼ੀਸ਼ੀਅਨ ਸੀਗਾ, ਡਾਕਟਰ ਸੀਗਾ, ਬਾਕੀ ਸਾਰੇ ਗਰੀਬ ਗੁਰਬਾ ਸੀਗੇ, ਮੱਛੀ ਫੜਨ ਵਾਲੇ ਸੀਗੇ। ਉਹਨਾਂ ਚੋਂ ਇੱਕ ਜੌਨ ਸੀਗਾ। ਜੌਨ 3 ਸਾਲ ਉਹਨਾਂ ਦੇ ਨਾਲ ਰਿਹਾ। ਉਹ ਉਹਨਾਂ ਦੇ ਇੰਨਾ ਕਰੀਬ ਸੀ, ਜਦੋਂ ਖਾਣਾ ਖਾਂਦੇ ਸੀ ਤੇ ਉਹ ਜਿਵੇਂ ਅੱਜ ਤਾਂ ਕੁਰਸੀ ਮੇਜ਼ਾਂ ਹੋ ਗਈਆਂ, ਉਦੋਂ ਉਹ ਇੱਕ ਵੱਡਾ ਤਖਤ ਟਾਈਪ ਹੁੰਦਾ ਸੀ, ਗੋਲ ਵੱਡਾ ਦੀ ਜਗ੍ਹਾ ਗੋਲ, ਉਹਦੇ ਤੇ ਇੱਕ ਦੂਜੇ ਦੇ ਨਾਲ ਬੈਠ ਕੇ ਕਰਦੇ ਸੀ। ਤੇ ਜਿਹੜਾ ਜੌਨ ਹੁੰਦਾ ਸੀ, ਯੋਨਾ ਹੁੰਦਾ ਸੀ, ਹਮੇਸ਼ਾ ਉਹਨਾਂ ਦੇ ਨਾਲ ਸੱਟ ਕੇ ਬੈਠਦਾ ਸੀ। ਉਹਨਾਂ ਦਾ ਖਾਸ ਪ੍ਰਿਯ ਸੀਗਾ। ਤੇ ਪਰਮੇਸ਼ਰ ਦੇ ਪ੍ਰਕਾਸ਼ਿਤ ਵਾਕਿਆ ਆਖਰੀ ਪੁਸਤਕ ਕੀ ਹੈਗਾ, ਉਹਨੂੰ ਆਪਣਾ ਦਰਸ਼ਨ ਦਿਖਾਇਆ। ਤੇ ਉਹ ਜੌਨ ਦੇ ਨਾਲ ਕੀ ਹੋਇਆ ਆਪਾਂ ਦੇਖਨੇ ਆ। ਹਾਂਜੀ, पूरा पढ़ना प्रभु यीशु के दर्शन? नहीं, 17-18 बस। जब मैंने उसे देखा तो उसके पैरों पर मुर्दा सा गिर पड़ा। उसने मुझ पर अपना दहिना योना की कहता है, जॉन की कहता है, जब मैंने उसको देखा, प्रभु यीशु मसीह को देखा, तो मैं उसके कदमों पर मुर्दा सा गिर पड़ा। जिस प्रभु यीशु मसीह दे नाल जॉन 3-3.5 साल रहा, जिन्ने प्रभु यीशु मसीह ਨੂੰ ਸਰੀਰਿਕ ਤੌਰ ਤੇ ਛੂ ਕੇ ਦੇਖਿਆ, ਜਿन्ने ਉਹਨਾਂ ਨਾਲ ਖਾਣਾ ਖਾਦਾ, ਜਦੋਂ ਉਹਨੇ ਪ੍ਰਭੂ ਯਿਸੂ ਮਸੀਹ ਨੂੰ ਸਵਰਗ ਵਿੱਚ ਉਹਨਾਂ ਦੀ ਮਹਿਮਾ ਵਿੱਚ ਦੇਖਿਆ, ਤੇ ਉਹਦੇ ਤੇ ਕੀ ਅਸਰ ਹੋਇਆ? He couldn't bear the glare, he couldn't bear the glory of the Almighty God। ਕਹਿੰਦਾ ਮੈਂ ਉਹਨਾਂ ਦੇ ਪੈਰਾਂ ਵਿੱਚ ਮੁਰਦੇ ਤਰ੍ਹਾਂ ਗਿਰ ਗਿਆ। ਅੱਗੇ ਕੀ ਕਹਿੰਦਾ? उसने मुझ पर अपना दहिना हाथ रखकर कहा, मत डर, मैं प्रथम और अंतिम और जीवता हूं। मैं प्रथम और अंतिम और जीवता हूं। जिंदा दी मदद कर सकता है। जे मैं जिंदा वां, मैं बोलदा वां, मैं तुसी जिंदा हो, तुसी सुनदे हो। जे मैं मर गया हुंदा ते आवाज ना निकलदी, ओहियो तुहाडा हुंदा, तुसी सुन ना पांदे। पर ਅਸੀਂ ਕੀ ਕਹਿੰਦੇ ਆ, ਸਾਡਾ ਪਰਮੇਸ਼ਵਰ ਕੌਣ ਹੈ? ਜ਼ਿੰਦਾ ਪਰਮੇਸ਼ਵਰ ਹੈ। ਜ਼ਿੰਦਾ ਪਰਮੇਸ਼ਵਰ ਮਤਲਬ ਉਹ ਅੱਜ ਵੀ ਸਾਡੀ ਆਵਾਜ਼ ਨੂੰ, ਸਾਡੀ ਪ੍ਰਾਰਥਨਾ ਨੂੰ, ਸਾਡੀ ਦੁਆ ਨੂੰ, ਸਾਡੀ ਤਕਲੀਫ ਨੂੰ ਸੁਣਦਾ ਹੈ। ਇਸ ਕਰਕੇ ਅੱਜ ਜੇ ਕੋਈ ਤਕਲੀਫ ਹੀ ਜਗ੍ਹਾ ਸੁਣ ਰਿਹਾ ਹੈਗਾ, ਤਾਂ ਉਹਨੂੰ ਇਸ ਚੀਜ਼ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਪ੍ਰਕਾਸ਼ਿਤ ਵਾਕਿਆ ਕੀ ਕਿਹਾ ਕਿ ਮੈਂ जिंदा हूं बेटा और तेरी आवाज को सुनता हूं बेटा, बेटी तेरी आवाज को सुनता हूं। तेरा रोना व्यर्थ नहीं है या व्यर्थ नहीं हैगा। तू हवा च नहीं रोंदा पिया, तेरा रोना कोई सुनदा है, कोई नहीं, परमेश्वर सुनदा है। किन्ने? जिन्हें आप शुरू साम 124:8 पढ़िया कि जिन्हें धरती ते आकाश की रचना की, जिन्हें दाऊद कहना मनु मेरे मां दे पेट च रचिया। परमेश्वर कहता है मैं तुहानू उदों जानना ਜਦੋਂ ਤੁਹਾਡਾ ਵਜੂਦ ਨਹੀਂ ਸੀ, ਯੂ ਆਰ ਨਾਟ ਇਨ ਐਗਜ਼ਿਸਟੈਂਸ। ਅਸੀਂ ਉਸ ਪਰਮੇਸ਼ਵਰ ਦੇ ਤੁਹਾਡੇ ਨਾਲ ਗੱਲਾਂ ਕਰਦੇ ਹਾਂ। ਤੇ ਫਿਰ ਆਪਾਂ ਨੈਕਸਟ ਦੇਖਾਂਗੇ ਇਹ ਸਾਰੀ ਗੱਲਾਂ ਤੇ ਜਦੋਂ ਅਸੀਂ ਵਿਸ਼ਵਾਸ ਕਰ ਲਾਂਗੇ, ਉਦੋਂ ਤੁਹਾਡੇ ਨਾਲ ਕੀ ਹੋਏਗਾ? ਸਾਰਿਆਂ ਨਾਲ ਜੋ ਹੋਇਆ ਤੁਹਾਡੇ ਨਾਲ ਵੀ ਹੋਏਗਾ। ਆਪਾਂ ਦੇਖਾਂਗੇ ਰੋਮਨਸ 8:38-39। ਇਹਦੇ ਨਾਲ ਅਸੀਂ ਪ੍ਰਚਾਰ ਖਤਮ ਕਰਾਂਗੇ ਅੱਜ ਦਾ ਕਿ ਜੇ ਤੁਹਾਡੀ ਇਹ ਤਬਦੀਲੀ ਨਹੀਂ, ਤੁਹਾਨੂੰ ਘੁੱਟਿਆਂ ਦੇ ਵੱਲ ਜਾਣ ਦੀ ਜ਼ਰੂਰਤ ਹੈ। ਕੀ ਤਬਦੀਲੀ ਆਂਦੀ? ਹਾਂਜੀ, परंतु इन सब बातों में हम उसके द्वारा जिसने हमसे प्रेम किया है, इन सब बातों के द्वारा, बिकॉज ऑफ दीज थिंग्स, वो अपनी
ਇਸ ਤੋਂ ਪਹਿਲੇ ਪੌਲੁਸ ਆਪਣੀ ਤਕਲੀਫ ਦੀ ਗੱਲਾਂ ਦੱਸ ਰਿਹਾ, ਕਿੰਨਾ ਤਕਲੀਫ ਹੀ ਹੈਗਾ। दोबारा पढ़ दे प्लीज। परंतु इन सब बातों में हम उसके द्वारा जिसने हमसे प्रेम किया जिसने है, हमसे प्रेम किया, मैं दोबारा पढ़ना चाहता सी, जिसने हमसे, जेड़ा बंदा प्रेम करता है वो तुहाडी चिंता करता है, जेड़ा प्रेम नहीं करता तुहाडी की चिंता करूगा। जे अज तुहाडी वाइफ तुहाडे नाल प्रेम नहीं करती तो तुहाडी की चिंता करूगी। मजबूरी भावें रोटी बना देवे, क्योंकि बिना प्रेम दे कुछ नहीं है, सब व्यर्थ है। हाँ जी अगे। इन सब बातों में हम उसके द्वारा जिसने हमसे प्रेम किया है जयवंत से भी बढ़कर हैं। जयवंत से भी बढ़कर है। अगे की कहंदा है, क्योंकि मैं निश्चय जानता हूँ कि ना मृत्यु और ना जीवन ਉਹ ਦੱਸਦਾ ਉਹ ਕਹਿੰਦਾ ਜਿਹੜੀ ਸਾਰੀ ਹੈਪਨਿੰਗਸ ਹੈਗੀਆਂ ਨੇ, ਸਿਚੁਏਸ਼ਨਸ ਹੈਗੀਆਂ ਨੇ, ਇਹ ਜੇ ਸਾਰੀਆਂ ਮੇਰੇ ਤੇ ਆ ਜਾਣ ਤਾਂ ਵੀ ਕੀ ਹੈ, ਮੇਰਾ ਰੱਬ ਦੇ ਪ੍ਰਤੀ ਵਿਸ਼ਵਾਸ ਨਹੀਂ ਡੋਲੇਗਾ। Amen। ਜੇ ਮੈਂ ਜ਼ਿੰਦਾ ਰਵਾਂਗਾ ਤਾਂ ਵੀ ਰੱਬ ਦੇ ਨਾਲ ਰਵਾਂਗਾ, ਜੇ ਮੈਂ ਮਰ ਜਾਵਾਂਗਾ ਤਾਂ ਵੀ ਰੱਬ ਦੇ ਨਾਲ ਰਵਾਂਗਾ। ਅੱਗੇ, न मृत्यु न जीवन न स्वर्गदूत न प्रधानताएं न वर्तमान न भविष्य न सामर्थ न ऊंचाई न गहराई और न कोई और सृष्टि हमें परमेश्वर के प्रेम से जो हमारे प्रभु मसीह यीशु में है अलग कर सकेगी। आमीन। ना ऊंचाई ते ना गहराई, ना बीमारी ते ना चंगाई, हर हालत विच साडा किन्ने ते विश्वास है, हु लिव्स फॉर एवर मोर, लॉर्ड जीसस क्राइस्ट, पिता परमेश्वर दे, जिन्ना दा जलाल दे के की है। वो योना जेड़ा 3.5 साल उन्हां दे नाल रहा, वो की होया, वो मुर्दियां दी तरह उन्हां दे पैरां गिर गया। इस करके जो असीं परमेश्वर दी गल्लां करने आ, बहुत सारे लोगों ने मैं देखना बड़े हल्के तरीके नाल गल करते हैं। क्यों? क्योंकि वो परमेश्वर दे ए जिहड़ा रूप बाइबल अज तुहानूं मैं दस्सिया हैगा उहनूं जानते नहीं ने। जे असीं परमेश्वर दे जिहड़ा अस्तित्व हैगा उस तरह परमेश्वर नूं जानीए। कई लोग अपना सपना दसदे ने जी, राती सपने मेरे को प्रभु यीशु मसीह आए सी, मैं उन्होंने मेरी बाजू पकड़ ली, मैं उन्होंने कंधे ते हथ रखिया, असीं सैर करते करते उत्थे चले गए, उत्थे चले गए। ਇਹ ਸਭ ਮਨ ਦੇ ਖਿਆਲ ਹੈਗੇ ਨੇ। ਜੇ ਤੁਸੀਂ ਇੱਕ ਇਨਸਾਨ ਉਹਨਾਂ ਨੂੰ ਵੇਖ ਕੇ ਮੁਰਦਿਆਂ ਤਰ੍ਹਾਂ ਉਹਨਾਂ ਦੇ ਪੈਰਾਂ 'ਚ ਨਾ ਗਿਰ ਸਕੇ ਤੇ ਉਹ ਫੇਰ ਕੀ ਹੈ? ਬਾਕੀ ਤੁਸੀਂ ਸਮਝ ਗਏ ਮੈਂ ਕੀ ਕਹਿਣਾ ਚਾਹ ਰਿਹਾ। ਕਿਉਂ ਕਿ ਉਹ ਜਿਹੜਾ ਉਹਨਾਂ ਦਾ ਜਲਾਲ ਹੈਗਾ, ਜੋ ਮਹਿਮਾ ਹੈਗੀ ਹੈ, ਉਹ ਅਸੀਂ ਦਿਮਾਗ 'ਚ ਸੋਚ ਨਹੀਂ ਸਕਦੇ, ਉਹਦੇ ਬਾਰੇ ਇਮੇਜਿਨ नहीं कर सकते, कोई मूवी नहीं इमेजिन करा सकती। बाइबल जिथे जिथे भी किसी भी दुनियावी चीज नाल मेल किया गया। हुण जिवें बहुत आजकल कॉमन हैगा कि लोग हर किसी ने अपने बिजनेस कार्ड ते क्रॉस दे नाल कबूतर दी फोटो लाई हुंदी है। होली स्पिरिट इज नॉट अ कबूतर। उन्होंने एक्सप्लेन करने वास्ते किया लाइक अ डव, मतलब कोई जेंटल चीज सीगी। उन्होंने जो बयान किया स्वर्ग के बारे, उन्होंने हर चीज की है सानू समझाने वास्ते। जो चीज जमीन ते हैगी है कि भी उनके नाल रलदी मिलदी चीज, वो चीज नहीं कते लिख सकते क्योंकि उनके वास्ते अल्फाज ही नहीं है। इस करके आपां अपने परमेश्वर नू, जो उन्हों का महिमा हैगी है, जो उन्हों का जलाल हैगा, जो साढ़े वास्ते उन्होंने करना है, जो कर रहे ने, जो करनगे, जो आने वाले समय च उन्होंने दर्शन करांगे, वो उन्हों की महानता के हिसाब नाल आपां उन्हों दे बारे सोचीए। फिर आपां फजूल तरीके नाल, हल्के तरीके नाल उन्हों दा कभी नाम लैन तो नहीं लवांगे। अगे की हुंदा सी कि इंडिया तो मैं जानना अपने तो वड्डे बंदे दा नाम नहीं लैंदे सी।
पर आजकल की है, हर बंदा ही किसी कोई बड़ा छोटा रह ही नहीं गया। पर परमेश्वर की बादशाह तो इस तरह नहीं है। परमेश्वर जो चेलिया ने पूछा कि साढ़े सारे चो वड्डा कौन हैगा, उन्होंने की किया सी, ਜਿਹੜਾ ਸਾਰਿਆਂ ਦਾ ਦਾਸ ਹੋਵੇ ਉਹ ਸਾਰਿਆਂ ਤੋਂ ਵੱਡਾ ਹੈ। ਇਸ ਕਰਕੇ ਜੋ ਸਟੇਟਸ ਹੈਗਾ ਪਰਮੇਸ਼ਵਰ ਦਾ, ਜੋ ਪਰਮੇਸ਼ਵਰ ਦੀ ਸਟੈਂਡਿੰਗ ਹੈ, ਜੋ ਸਥਿਤਵ ਹੈਗਾ, ਸਾਨੂੰ ਉਹਦੇ ਤੋਂ ਭੁੱਲਣਾ ਨਹੀਂ ਚਾਹੀਦਾ। ਇੱਕ ਬੰਦੇ ਨੇ ਬੜੀ ਦੋ ਅੱਛੇ ਲਾਈਨਾਂ ਮੈਨੂੰ ਪਸੰਦ ਆਈਆਂ, ਫੇਸਬੁੱਕ ਤੇ ਦੇਖਿਆ, ਮੈਂ ਕਹਿੰਦਾ ਇੰਤਜ਼ਾਰ ਮੁਝੇ ਸੁਬਹ का नहीं, ਜਾਂ ਤੁਸੀਂ ਕਹਿ ਸਕਦੇ ਜੇ ਕੋਈ ਬੰਦਾ ਬਿਮਾਰ ਹੈਗਾ, ਉਹ ਕਹਿੰਦਾ ਇੰਤਜ਼ਾਰ ਮੁਝੇ ਚੰਗਾਈ का नहीं। ਜੇ ਕਿਸੇ ਕੋਲ ਪੈਸੇ ਨਹੀਂ ਹੈਗੇ ਜਾਂ ਕਿਸੇ ਦਾ ਬੱਚਾ ਨਹੀਂ ਸੁਣਦਾ, ਕਿਧਰ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਮੈਨੂੰ ਇੰਤਜ਼ਾਰ ਮੇਰੇ ਆਪਣੀ ਸਮੱਸਿਆ ਦਾ ਸਹੀ ਹੁੰਦਾ ਨਹੀਂ ਹੈ। ਖਾਸ ਕਿਸੇ ਦਾ ਇੰਤਜ਼ਾਰ ਹੈ, ਮੈਨੂੰ ਇੰਤਜ਼ਾਰ ਤੇਰੀ ਰਹਿਮਤ ਦਾ ਹੈਗਾ, ਤੇਰੀ ਮਰਜ਼ੀ ਦਾ ਹੈਗਾ, ਤੇਰੀ ਦਇਆ ਦਾ ਹੈਗਾ। ਮੇਰਾ ਵਿਸ਼ਵਾਸ ਹੈ ਕਿ ਜੇ ਅੱਜ ਦਾ ਪ੍ਰਚਾਰ ਤੁਸੀਂ ਧਿਆਨ ਨਾਲ ਸੁਣਿਆ ਤੇ ਅੱਗੋਂ ਤੋਂ ਤੁਸੀਂ ਕਦੀ ਵੀ ਪਰਮੇਸ਼ਵਰ ਦਾ ਨਾਮ ਹਲਕੇ ਨਹੀਂ ਲਓਗੇ। ਪਰਮੇਸ਼ਵਰ ਦੇ ਬਾਰੇ ਜਦੋਂ ਗੱਲ ਕਰੋਗੇ ਹਲਕੇ 'ਚ ਨਹੀਂ ਕਰੋਗੇ। ਜਦੋਂ ਪ੍ਰਾਰਥਨਾ ਕਰੋਗੇ ਤੇ ਉਦੋਂ ਤੁਸੀਂ ਅਲਰਟ ਹੋਵੋਗੇ, ਐਕਟਿਵ ਹੋਵੋਗੇ। ਕਿਉਂ ਕਿ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ, ਉਹ ਪ੍ਰਾਰਥਨਾ ਹਵਾ 'ਚ ਨਹੀਂ ਹੁੰਦੀ, ਉਹ ਪਰਮੇਸ਼ਵਰ ਦੇ ਹਜ਼ੂਰ ਪਹੁੰਚਦੀ ਹੈ। ਇਸ ਟਾਈਮ ਅਸੀਂ ਪ੍ਰਾਰਥਨਾ ਕਰਨ ਤੋਂ ਪਹਿਲੇ ਸਾਡੇ ਜਿੰਨੇ ਵੀ ਆਪਣਾ ਭੈਣਾਂ ਭਰਾਵਾਂ ਨੇ ਆਪਣੀ ਪ੍ਰਾਰਥਨਾਵਾਂ ਦਿੱਤੀਆਂ ਨੇ, ਅਸੀਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਹ ਸਾਰੀ ਪ੍ਰਾਰਥਨਾਵਾਂ ਪਰਮੇਸ਼ਵਰ ਦੇ ਹਜ਼ੂਰ ਲੈ ਕੇ ਜਾਂਦੇ ਹਾਂ ਤੇ ਜਵਾਬ ਜਿਹੜਾ ਹੈਗਾ ਪਰਮੇਸ਼ਵਰ ਨੇ ਹੀ ਦੇਣਾ ਹੈ। ਕੁਛ ਕੈਂਸਰ ਦੇ ਨਾਲ ਲੋਕ ਪਰੇਸ਼ਾਨ ਨੇ, ਕੁਛ ਨੂੰ ਨੌਕਰੀ ਦੀ ਹੈਗੀ ਹੈ, ਕੁਛ ਦੇ ਬੱਚਿਆਂ ਦੀ ਸਮੱਸਿਆ, ਪਰ ਸਾਡਾ ਪਰਮੇਸ਼ਵਰ ਜਿਹੜਾ ਹੈਗਾ ਹੀ ਇਜ਼ ਆਨਸਰ ਟੂ ਐਵਰੀਥਿੰਗ। ਆਓ ਆਪਣੇ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਨੂੰ ਝੁਕਾਵਾਂਗੇ। ਪਰਮ ਪਿਤਾ ਪਰਮੇਸ਼ਵਰ ਜੀ, ਤੁਹਾਡੇ ਨਾਮ ਦਾ ਸ਼ੁਕਰੀਆ ਅਦਾ ਕਰਨੇ ਆ, ਤੁਹਾਡੇ ਨਾਮ ਨੂੰ ਜਲਾਲ ਦਿੰਦੇ ਆ। ਪਰਮ ਪਿਤਾ ਪਰਮੇਸ਼ਵਰ ਜੀ, ਫਾਦਰ ਸ਼ੁਕਰ ਕਰਨੇ ਆ ਤੁਹਾਡੇ ਵਚਨ ਵਾਸਤੇ ਜਿਹੜਾ ਤੁਹਾਡੀ ਮਹਿਮਾ ਦੇ ਬਾਰੇ ਦੱਸਦਾ ਹੈ, ਤੁਹਾਡੇ ਜਲਾਲ ਦੇ ਬਾਰੇ ਦੱਸਦਾ ਹੈ, ਤੁਸੀਂ ਆਪਣੇ ਬੱਚਿਆਂ ਵਾਸਤੇ ਕੀ ਕੀਤਾ ਉਹਦੇ ਬਾਰੇ ਦੱਸਦਾ। ਤੁਸੀਂ ਸਲੀਬ ਦੀ ਮੌਤ ਲਈ ਤੇ ਉਹ ਵੀ ਦੱਸਦਾ ਹੈ ਕਿ ਅੱਜ ਤੁਸੀਂ ਕਿੱਥੇ ਹੈਗੇ ਹੋ। ਤੁਸੀਂ ਪਿਤਾ ਪਰਮੇਸ਼ਵਰ ਦੇ ਸੱਜੇ ਹੱਥ ਬੈਠੇ ਹੋ, ਤੁਸੀਂ ਆਪਣੇ ਮਹਿਮਾ 'ਚ ਹੈਗੇ ਹੋ, ਆਪਣੇ ਜਲਾਲ 'ਚ ਹੈਗੇ ਹੋ ਤੇ ਤੁਸੀਂ ਉਸ ਇੰਤਜ਼ਾਰ 'ਚ ਹੈਗੇ ਹੋ ਕਿਦੋਂ ਤੁਹਾਡੇ ਬੱਚੇ ਤੁਹਾਨੂੰ ਪੁਕਾਰਨ ਤੇ ਕਿਦੋਂ ਤੁਸੀਂ ਬੱਚੇ ਦੀ ਸਮੱਸਿਆਵਾਂ ਨੂੰ ਜਵਾਬ ਦਿਓ। ਪਰਮ ਪਿਤਾ ਪਰਮੇਸ਼ਵਰ ਜੀ, ਫਾਦਰ ਤੁਹਾਡਾ ਵਾਅਦਾ ਹੈਗਾ ਕਿ I will never leave you nor forsake you. Father, you are the God of glory, Father. Father, ਮੇਰਾ ਵਿਸ਼ਵਾਸ ਹੈ ਅਸੀਂ ਸਾਰੇ ਮਿਲ ਕੇ ਅੱਜ ਤੋਂ ਬਾਅਦ ਕਹਿ ਸਕਾਂਗੇ ਕਿ ਨਾ ਉਚਾਈ ਨਾ ਨੀਚਾਈ, ਨਾ ਜੀਵਨ ਨਾ ਮ੍ਰਿਤਿੂ, ਨਾ ਕੋਈ ਹੋਰ ਚੀਜ਼ ਸਾਨੂੰ ਤੁਹਾਡੇ ਪ੍ਰੇਮ ਤੋਂ ਅਲੱਗ ਕਰ ਸਕਦੀ ਹੈ। ਪਰਮ ਪਿਤਾ ਪਰਮੇਸ਼ਵਰ ਜੀ, ਫਾਦਰ ਹੱਥ ਜੋੜ ਕੇ ਪ੍ਰਾਰਥਨਾ ਕਰਨੇ ਆ ਪਰਮ ਪਿਤਾ ਪਰਮੇਸ਼ਵਰ ਉਹਨਾਂ ਭੈਣਾਂ ਭਰਾਵਾਂ ਵਾਸਤੇ ਜਿਹੜੇ ਅਜੇ ਵਿਸ਼ਵਾਸ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ। ਮੇਰਾ ਵਿਸ਼ਵਾਸ ਕਿ ਪਰਮੇਸ਼ਵਰ ਜੀ ਪਿਤਾ ਪਰਮੇਸ਼ਵਰ ਤੁਹਾਡਾ ਅਨੁਗ੍ਰਹਿ ਸਾਡੇ ਤੇ ਹੈਗਾ ਕਿ ਸਾਡੇ ਅੰਦਰ ਪਵਿੱਤਰ ਆਤਮਾ ਜੀ ਦਾ ਤੁਸੀਂ ਵਰਦਾਨ ਦਿੱਤਾ ਹੈ, ਜਿਹੜਾ ਸਾਨੂੰ ਰਸਤਾ ਦਿਖਾਉਂਦੇ ਨੇ, ਜਿਹੜਾ ਤੁਹਾਡੀ ਗੱਲਾਂ ਸਿਖਾਉਂਦੇ ਨੇ। who is our teacher, who is our counselor, who is our advisor, who is our helper, who is everything, Father. So Father, help each one of us so that when we talk about you, rather when we think even about you, we know the glory of yours. We know how big a God you are. We know that you are the only God in this universe. There is no one beside you. And as the Bible says, being such a great God, who is a man that you care about you, but you care about each and every human being. You even care for those people who don't trust you,
who have not yet put their faith in you, Father. So, Father, we will pray that you will help them, Father. Father, let your name be glorified by our lives, by how we live, by Yeah. how we talk, by how we spend our time, and by, Father, we always bless your name, Father, because you are the only mighty, great, awesome, wonderful God. We give glory to your name. In the name of Jesus, we pray and receive. Amen. Amen. God bless you. Thank you.